बंद कीते नौजवान रिहा करो, जेलों च बंद कीते किसानां नूं रिहा करो। साडे सूबा प्रधान जोगिंदर सिंह वराहा, आओ जी। ਮਹੀਨਿਆਵਧੀ ਲੰਮੇ ਸੰਘਰਸ਼ ਦੇ ਵਿੱਚ ਡਟੇ ਕਿਸਾਨ ਭਰਾਵੋ, ਜਦੋਂ ਤੁਸੀਂ ਮੋਰਚੇ ਚੱਲੇ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਦੀਆਂ ਹਾਲਤਾਂ ਉਸ ਕਿਸਮ ਦੀਆਂ ਨਹੀਂ ਰਹੀਆਂ ਜਿਸ ਕਿਸਮ ਦੀਆਂ ਹਾਲਤਾਂ ਪਹਿਲਾਂ ਸੀ। ਅੱਜ ਹਾਲਤਾਂ ਕਿਸੇ ਹੋਰ ਕਿਸਮ ਦੀਆਂ ਹੋ ਗਈਆਂ। ਜਿਵੇਂ ਜਿੱਥੇ ਪੰਜਾਬ ਦੇ ਲੋਕਾਂ ਨੇ ਲਾਮਬੰਦੀ ਕਰਕੇ ਹਿੰਦੁਸਤਾਨ ਦੇ ਵਿੱਚ ਦੂਜੀਆਂ ਸਟੇਟਾਂ ਨੂੰ ਬਰਾਬਰ ਲਿਆਂਦਾ ਹੈ, ਦੂਜੀਆਂ ਸਟੇਟਾਂ ਨੂੰ ਆਰਗੇਨਾਈਜ਼ ਕਰਕੇ ਸੀਟ ਪਰ ਖੜੇ ਕੀਤਾ ਹੈ, ਇਹਦੇ ਨਾਲ ਹਾਕਮਾਂ ਦੇ ਢਿੱਡ ਪੀੜ ਵਧੀ ਹੈ। ਕੱਲਾ ਇਹ नहीं भी चलो बीजेपी ਨੂੰ ਤਾਂ ਤਕਲੀਫ ਹੋਣੀ ਹੈ ਕਿਉਂਕਿ बीजेपी ਦੀ ਤਾਂ ਸਰਕਾਰ ਹੈ, ਜਿਹਨੇ ਜਿੱਥੇ बीजेपी ਦੀ ਸਰਕਾਰ ਵੀ ਹੈ ਨਹੀਂ, ਜਿਹਨੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਹਾਕਮ ਪਾਰਟੀਆਂ ਨੇ ਉਹਨਾਂ ਦੇ ਢਿੱਡੀ ਪੀੜ ਐ ਪਈ ਹੈ ਵੀ ਜੇ ਇਹ ਸਾਰੇ ਕਿਸਾਨ ਇਕੱਠੇ ਹੋ ਕੇ 86 ਪਾਰਟੀਆਂ ਤੋਂ ਪਾਸੇ ਹਟ ਕੇ ਆਪਣੀਆਂ ਮੰਗਾਂ ਮਨਵਾ ਕੇ ਚਲੇ ਗਏ ਤਾਂ ਜਿਹੜੀ ਸਾਡੀ ਸੱਤ-ਪੁੱਛ ਹੈ ਉਹ ਘਟ ਜਾਣੀ ਆ। ਇਸ ਗੱਲ ਦੀ ਢਿੱਡ ਪੀੜ ਕਾਂਗਰਸ ਨੂੰ ਵੀ ਹੈ, ਅਕਾਲੀਆਂ ਨੂੰ ਵੀ ਹੈ, ਜਿੰਨੀਆਂ ਦੂਜੀਆਂ ਰਾਜਨੀਤਿਕ ਖੇਤਰ ਵਾਲੀਆਂ ਪਾਰਟੀਆਂ ਨੇ ਉਹਨਾਂ ਸਾਰਿਆਂ ਨੂੰ ਇਹ ਢਿੱਡ ਪੀੜ ਪਈ ਹੋਈ ਹੈ। ਉਹ ਇਸ ਤਾਕਤ ਨੇ ਵੀ ਆਹ ਜਿਹੜਾ ਮੋਰਚਾ ਇਹ ਸਹੀ ਸਲਾਮਤ ਕੁਝ ਹਾਸਲ ਪ੍ਰਾਪਤੀਆਂ ਕਰਕੇ ਜੇ ਇਹ ਵਾਪਸ ਮੁੜਦਾ ਤਾਂ ਫੇਰ ਸਾਡੀ ਘੇਰਾਬੰਦੀ ਪਿੰਡਾਂ 'ਚ ਹੋਣੀ ਲਾਜ਼ਮੀ। ਫਿਰ ਸਾਨੂੰ ਸਵਾਲ ਪੁੱਛਣਗੇ ਕਿ ਆਉਣ ਵਾਲੀਆਂ ਚੋਣਾਂ ਤੁਸੀਂ ਆਹ ਵਾਅਦੇ ਕੀਤੇ ਸੀ, ਆਹ ਵਾਅਦੇ ਨਹੀਂ ਤੁਸੀਂ ਪੂਰੇ ਕੀਤੇ। ਅਮਰਿੰਦਰ ਦਾ ਵੀ ਇਹ ਰੌਲਾ ਹੈ, ਅਮਰਿੰਦਰ ਦਾ ਸਾਡਾ ਰੌਲਾ ਇਹ ਹੈ ਵੀ ਜਦੋਂ ਤੂੰ ਸੱਤਾ 'ਚ ਆਇਆ ਸੀ, ਸੱਤਾ 'ਚ ਆਉਣ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਨੇ ਕਿ ਕਿਸਾਨਾਂ ਦਾ ਮੈਂ ਸਾਰਾ ਕਰਜ਼ਾ ਖਤਮ ਕਰੂੰਗਾ, ਦੱਸ ਤੇਰੇ ਉਹ ਵਾਅਦੇ ਦਾ ਕੀ ਬਣ ਗਿਆ? ਮੁੜ ਕੇ 5 ਸਾਲ ਬੀਤ ਗਏ, 5 ਸਾਲ ਤੂੰ ਰਾਜ ਕਰ ਲਿਆ, 5 ਸਾਲ ਦੇ ਵਿੱਚ ਤੇਰੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਗੁਟਕੇ ਦੀ ਤੂੰ ਸਹੁੰ ਖਾ ਕੇ ਲੋਕਾਂ ਨਾਲ ਉਹ ਵਾਅਦਾ ਕੀਤਾ ਸੀ। ਅਸੀਂ ਸਵਾਲ ਕਰਾਂਗੇ ਜਾ ਕੇ ਵੀ ਦੱਸ ਬਾਈ ਤੇਰੇ ਨਾਲ ਹਿਸਾਬ ਤਾਂ ਹੁਣ ਕਰ ਦਿਆ, ਮੋਦੀ ਨਾਲ ਤਾਂ ਅਸੀਂ ਨਿਬੜ ਲਿਆ, ਤੂੰ ਦੱਸ ਤੇਰੇ ਵਾਲੀ ਗੱਲ ਦਾ ਕੀ ਗੱਲ? ਇਹ ਸਵਾਲ ਖੜਾ ਕਿ ਨਹੀਂ ਖੜਾ? ਹੁਣ ਤਾਂ ਉਹ ਬੜਾ ਚੌੜਾ ਹੋਇਆ ਕਿ ਕਿਸਾਨ ਫਸੇ ਹੋਏ ਨੇ, ਬਲਾਟ ਪਈ ਹੋਈ ਹੈ, ਰੌਲਾ ਦਿੱਲੀ ਨਾਲ ਹੋਣਾ, ਦਿੱਲੀ ਵਾਲਾ ਰੌਲਾ ਉਧਰ ਉਲਝੇ ਰਹੇ ਤੇ ਮੇਰੀ ਭਲ ਬਣੀ ਹੈ ਦੂਜੀਆਂ ਪਾਰਟੀਆਂ ਨਾਲੋਂ ਮੇਰੀ ਜਾਂਦੇ ਨੇ। ਕਾਂਗਰਸ ਦੀ ਸਰਕਾਰ ਅੰਦੋਲਨ ਦੀ ਸਪੋਰਟ ਕਰਦੀ ਪਰ ਉਹਦੇ ਨਾਲ ਮਿੱਤਰਤਾ ਤਾਂ ਨਹੀਂ ਹੋਈ ਆਪਣੀ, ਉਹਦੇ ਨਾਲ ਦੋਸਤੀ ਤਾਂ ਨਹੀਂ ਹੋਈ ਆਪਣੀ। ਕਰਜ਼ਾ ਨਹੀਂ ਖਤਮ ਕੀਤਾ, ਸਾਰਾ ਉਵੇਂ ਜਿਵੇਂ ਖੜਾ ਹੈ, ਫਸਲਾਂ ਨਹੀਂ ਵਿਕਣੀਆਂ, ਕਿਸੇ ਨੂੰ ਨੌਕਰੀ ਨਹੀਂ ਦਿੱਤੀ, ਬੇਰੁਜ਼ਗਾਰੀ ਨਹੀਂ ਦੂਰ ਕੀਤੀ, ਨਸ਼ਾ ਨਹੀਂ ਦੂਰ ਕੀਤਾ, 2500 ਰੁਪਇਆ ਕਹਿੰਦਾ ਮੈਂ ਬੁਢਾਪਾ ਪੈਨਸ਼ਨਾਂ ਦੇ ਉਹ ਨਹੀਂ ਦੂਰ ਕੀਤੀਆਂ, ਘਰ ਘਰ ਦੇ ਬੱਚੇ ਨੂੰ ਨੌਕਰੀ ਦੇਵ ਉਹ ਨਹੀਂ ਦੂਰ ਕੀਤੀ। ਉਹ ਰੌਲੇ ਕਿੱਥੇ ਨੇ ਬਾਈ? ਉਹ ਵਾਅਦੇ ਅਸੀਂ ਭੁੱਲ ਗਏ ਜਿਹੜੇ ਤੂੰ ਕੱਲ ਕਰਕੇ ਸਦਾ ਕੁਰਸੀ ਹਾਸਲ ਕੀਤੀ। ਇਸ ਕਰਕੇ ਉਹਨਾਂ ਨਾਲ ਵੀ ਰੌਲੇ ਖੜੇ ਨੇ। ਜਿਹੜੀਆਂ ਪਾਰਟੀਆਂ ਨੇ ਕਾਂਗਰਸ ਨੂੰ ਲੱਦ ਕੇ ਸੱਤਾ 'ਚ ਆਉਣਾ, ਰੌਲੇ ਉਹਨਾਂ ਨਾਲ ਵੀ ਖੜੇ ਨੇ ਬਾਈ। ਉਹ ਵੀ ਕੱਲ ਨੂੰ ਆਉਣਗੇ ਸੱਤਾ 'ਚ, ਉਹ ਵੀ ਤੁਹਾਡੇ ਨਾਲ ਵਾਅਦੇ ਕਰਨਗੇ। ਜਿਹੇ ਜਿਹੇ ਵਾਅਦੇ ਇਹਨੇ ਕੀਤੇ ਸੀ ਉਦੋਂ ਉੱਚੇ ਵਾਅਦੇ ਉਹਨਾਂ ਨੇ ਕਰਨੇ ਨੇ। ਉਹ ਵਾਅਦੇ ਕਰਕੇ ਦੁਬਾਰੇ ਆਪਣੀ ਗੱਲ ਕਰਨਗੇ ਨਹੀਂ ਇਹ ਤੋਂ ਗੱਲ ਹੋਇਆ ਬਾਈ ਕਰਜ਼ਾ ਮਾਫ ਵੀ ਹੁਣ ਅਸੀਂ ਕਰਾਂਗੇ, ਕਰਨਾ ਉਹਨਾਂ ਨੇ। ਇਸ ਕਰਕੇ ਇਹ ਅਵੇਅਰ ਹੋਵੇ, ਲੋਕ ਘੇਰ ਘੇਰ ਕੇ ਪੁੱਛਣ, ਲੋਕ ਸਵਾਲ ਕਰਨ ਵੀ ਸਾਡੇ ਬੱਚਿਆਂ ਦਾ ਰੁਜ਼ਗਾਰ ਕਿੱਥੇ ਚਲਾ ਗਿਆ? ਦੱਸ ਦਿਓ ਵੀ ਅਸੀਂ ਕਮਾਈਆਂ ਕਰਦੇ ਆਂ, ਇੰਨੇ ਸਾਲਾਂ ਤੋਂ ਕਮਾਈਆਂ ਕਰਦੇ। ਤੁਸੀਂ ਐਂ ਤਾਂ ਦੱਸ ਦਿਓ ਵੀ ਸਾਡੀ ਕੀਤੀ ਹੋਈ ਕਮਾਈ ਨੂੰ ਲੈ ਕੌਣ ਗਿਆ? ਸਾਡਾ ਉਤਲਾ ਪੱਟ ਕੱਢ ਨਹੀਂ ਹੁੰਦਾ। ਹੱਥਾਂ ਨਾਲ ਕੰਮ ਕਰਨ ਵਾਲਾ ਬੰਦਾ ਤਾਂ ਕਦੇ ਕੰਗਾਲ ਹੋਈ ਨਹੀਂ ਬਾਈ। ਜੇ ਹੱਥਾਂ ਨਾਲ ਕੰਮ ਕਰਨ ਵਾਲੇ ਬੰਦਿਆਂ ਨੂੰ ਐ ਪੁੱਛਣਾ ਪੈਂਦਾ ਉਹ ਮੈਂ ਕੁੜੀ ਦਾ ਵਿਆਹ ਕਰਨਾ, ਮੈਨੂੰ 4 ਪੈਸੇ ਸੇਠ ਤੂੰ ਦੇਵੇਗਾ ਕਿ ਨਹੀਂ ਦੇਵੇਗਾ?
ਹੱਥਾਂ ਨਾਲ ਕੰਮ ਕਰਨ ਵਾਲੇ ਦੀ ਕਦਰ ਕੀਤੀ। ਜਿਹੜੇ ਕਿਰਤ ਕਰਨ ਵਾਲੇ ਲੋਕ ਨੇ, ਪੈਦਾ ਕਰਨ ਵਾਲੇ ਲੋਕ ਨੇ, ਜੇ ਉਹ ਖਰੀਦਦਾਰ ਨੂੰ ਪੁੱਛਦੇ ਨੇ ਵੀ ਦੱਸ ਬਾਈ ਆ ਮੇਰੀ ਚੀਜ਼ ਕਿੰਨੇ ਦੀ ਹੈ, ਉਹ ਕੰਗਾਲ ਹੀ ਹੋਊਗਾ। ਆਹ ਸਵਾਲ ਕਰਨੇ ਨੇ, ਆਹ ਸਵਾਲ ਕਰਨੇ ਬਾਕੀ ਨੇ। ਐਸ ਘੋਲ ਦੀ ਇਹ ਦੇਣ ਹੈ ਕਿ ਹਿੰਦੁਸਤਾਨ ਦੇ ਵਿੱਚ ਸਾਰੇ ਸੂਬੇ, ਜੇ ਪੰਜਾਬ ਨੇ ਅੰਦੋਲਨ ਚੱਕਿਆ ਤਾਂ ਦੂਜੇ ਸੂਬਿਆਂ ਨੂੰ ਹੁਣ ਪਤਾ ਲੱਗਦਾ ਵੀ ਆਪਾਂ ਤਾਂ ਕੰਗਾਲ, ਤਾਂ ਆਪਾਂ ਨੂੰ ਤਾਂ ਸਮਰਥਨ ਮੁੱਲ ਹੀ ਨਹੀਂ ਕਦੇ ਮਿਲਿਆ, MSP ਨਹੀਂ ਕਦੇ ਮਿਲੀ। ਉਹ ਜਾਣਦੇ ਨੇ ਜਿਹੜੇ ਸਾਡੇ ਆਹ ਭਈਏ ਜਿਹੜੇ ਬਿਹਾਰੀ ਮਜ਼ਦੂਰ ਆਉਂਦੇ ਨੇ, ਪ੍ਰਵਾਸੀ ਮਜ਼ਦੂਰ ਕਹੀਏ ਆਪਾਂ ਨੂੰ, ਉਹ ਆਪਣੇ ਝੋਨਾ ਲਾਉਣ ਆਉਂਦੇ ਨੇ। ਉਹ ਪੁੱਛਦੇ ਨੇ ਵੀ ਤੁਹਾਡੇ ਝੋਨਾ ਕੀ ਭਾਅ ਵਿਕਦਾ, ਉਹ ਕਹਿੰਦੇ ਵੀ ਸਾਡੇ ਤਾਂ 900 ਵਿਕਦਾ। ਵੀ ਫਿਰ ਪੰਜਾਬ ਦੇ ਵਿੱਚ 1950 ਕਿਉਂ ਵਿਕਦਾ ਬਈ? MSP ਦਾ ਰੌਲਾ ਹੈ ਨਾ, ਉੱਥੇ MSP ਨਹੀਂ ਮਿਲਦੀ। ਜਦੋਂ ਇੱਕ ਵਾਰੀ ਪਾਰਲੀਮੈਂਟ 'ਚ ਸਵਾਲ ਉੱਠਿਆ ਕਿ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ MSP ਚੱਲਦੀ ਹੈ ਤਾਂ ਬਾਕੀ ਸੂਬਿਆਂ ਦੇ ਵਿੱਚ ਕਿਉਂ ਨਹੀਂ ਚੱਲਦੀ? ਮੇਰੇ ਸਾਹਮਣੇ ਯਾਦ, ਉਹ ਪਾਰਲੀਮੈਂਟ ਦੇ ਵਿੱਚ ਐਗਰੀਕਲਚਰ ਮੰਤਰੀ ਬੋਲਿਆ कि वो लोग तो भाई अपने सिर रेल की लाइनों पर रख देते हैं, इसलिए उधर MSP ਤਾਂ ਚੱਲਦੀ। ਇਹਦਾ ਮਤਲਬ ਇਹ ਬਣਿਆ ਵੀ ਇਹ ਸੰਘਰਸ਼ ਕਰਿਆ ਇਹਨਾਂ ਨੇ ਤਾਂ ਉੱਥੇ ਸਰਕਾਰੀ ਖਰੀਦ ਹੁੰਦੀ ਹੈ। ਜੇ ਸੰਘਰਸ਼ ਜਿਨ੍ਹਾਂ ਨੇ ਨਹੀਂ ਕੀਤਾ ਉੱਥੇ ਸਰਕਾਰੀ ਖਰੀਦ ਬੰਦ ਕੀਤੀ ਹੋਈ ਹੈ, ਪਹਿਲਾਂ ਤੋਂ ਬੰਦ। ਇਹੀ ਵਜ੍ਹਾ ਹੈ ਵੀ ਪੰਜਾਬ ਦੇ ਵਿੱਚ 1900, ਬਿਹਾਰ ਦੇ ਵਿੱਚ 900 ਰੇਟ ਉਸੇ ਚੀਜ਼ ਦਾ। ਇਸ ਕਰਕੇ ਜਿਹੜੇ ਇਹ ਸਵਾਲ ਨੇ, ਇਹ ਗੱਲਾਂ ਨੇ ਵੱਡੀਆਂ ਖੜੀਆਂ ਨੇ। ਦੂਜੀਆਂ ਵੱਡਾ ਇਹ ਗੱਲਾਂ ਖੜੀਆਂ ਨੇ ਵੀ ਸਾਡਾ ਵੀ ਕੀਤੀ ਹੋਈ ਕਮਾਈ ਜਿਹੜੀ ਤੁਸੀਂ ਕਹਿੰਦੇ ਸੀ, ਜਿਹੜੀ ਆਪਣੇ ਦੂਜੇ 1965 ਦੇ ਦਹਾਕੇ, 70 ਦੇ ਦਹਾਕੇ ਦੇ ਵਿਚਾਲੇ ਉਦੋਂ ਪਹਿਲਾਂ ਆਪਣੇ 15 ਮਣ ਝੋਨਾ ਨਿਕਲਦੀ ਹੁੰਦੀ ਕਣਕ, 15 ਤੋਂ 20 ਮਣ। ਆ ਸਿਆਣੇ ਬੰਦੇ ਵਿੱਚ ਬੈਠੇ ਨੇ ਮੇਰੀ ਉਮਰ ਵਾਲੇ, ਜਿਹਦੀ ਚੰਗੀ ਸਾਲਵੀਂ ਪੈਲੀ ਵਾਹੀ ਹੁੰਦੀ ਉਹਦੇ 20 ਮਣ 25 ਮਣ ਕਣਕ ਨਿਕਲਦੀ, ਉਹਨੂੰ ਐ ਕਹਿੰਦੇ ਹੁੰਦੇ ਵੀ ਬਹੁਤ ਤੱਬਰ ਨਿਕਲੇ। ਤੇ ਹੁਣ ਉਹ 50 55 60 ਤੇ ਜਾ ਬੜੀ। ਇਹ ਸਵਾਲ ਪੁੱਛਦੇ ਵੀ ਸਾਡੀ ਪੈਦਾਵਾਰ ਵੱਧ ਗਈ, ਬਾਹੀ ਨਾਲੋਂ ਜ਼ਮੀਨ ਜ਼ਿਆਦਾ ਵੱਧ ਗਈ। ਜਿਹੜੀ ਉਦੋਂ ਸਾਲ 1960-65 ਦੇ ਵਿੱਚ ਆਪਣੀ ਜਿਹੜੀ ਬਾਹੀ ਵਾਲੀ ਜ਼ਮੀਨ ਸੀ ਪੰਜਾਬ ਦੀ, ਉਹ ਮੈਨੂੰ ਐ ਲੱਗਦਾ ਹੈ ਵੀ 55-60 ਲੱਖ ਏਕੜ ਜ਼ਮੀਨ ਸੀ ਜਿਹੜੀ ਆਪਾਂ ਜਿਹਦੇ ਵਿੱਚ ਆਪਾਂ ਫਸਲ ਕਰਦੇ। 60 ਲੱਖ ਏਕੜ ਜ਼ਮੀਨ ਦੇ ਵਿੱਚ ਅਸੀਂ ਫਸਲ ਕਰਦੇ ਸੀ, ਉਹਦੇ ਵਿੱਚੋਂ ਵੀ ਅੱਧੀ ਹਾੜੀ ਅੱਧੀ ਸੌਣੀ ਹੁੰਦੀ। ਆ ਤੁਸੀਂ ਬੈਠਿਓ, ਪਹਿਲਾਂ ਆਪਾਂ ਸਨਮੀਆਂ ਰੱਖ ਲੈਂਦੇ ਹੁੰਦੇ, ਆਹ ਹਾੜੀ ਸਾਡੀ ਸਨਮੀ ਰੱਖੀ ਹੋਈ ਹੈ, ਇਹਦੇ ਸਾਡੀ ਸੌਣੀ ਬੀਜੀ ਹੋਈ ਹੈ। ਅੱਧੀਆਂ ਫਸਲਾਂ ਦੇ ਵਿੱਚੋਂ ਅੱਧੀ ਜ਼ਮੀਨ ਦੇ ਵਿੱਚੋਂ ਅਸੀਂ ਪਰਿਵਾਰ ਦਾ ਗੁਜ਼ਾਰਾ ਕਰਦੇ। ਅੱਧੀ ਜ਼ਮੀਨ ਸੀ, ਅੱਧਾ ਝਾੜ ਵੀ ਇੰਨੇ ਸੀ। ਝਾੜ ਦਾ ਕੀ ਹੈ? ਕਣਕ ਨਿਕਲਦੀ 15-20 ਮਣ, ਕਪਾਹ ਨਿਕਲਦੀ ਆਪਣੀ 15-18 ਮਣ ਕਿੱਲੇ ਦੀ ਨਿਕਲਦੀ ਹੁੰਦੀ। ਹੁਣ ਕਪਾਹ ਵੀ 25 ਤੇ ਜਾ ਵੜੀ ਤੇ ਕਣਕ ਵੀ 50-55 ਤੇ ਜਾ ਵੜੀ। ਜ਼ਮੀਨ ਵੀ ਦੁੱਗਣੀ ਹੋ ਗਈ, ਪੈਦਾਵਾਰ ਦਾ ਉਤਪਾਦਨ ਵੀ ਦੁੱਗਣਾ ਹੋ ਗਿਆ। ਹੁਣ ਸਵਾਲ ਇਹ ਹੈ ਵੀ ਮਿਹਨਤ ਭਾਈ ਅਸੀਂ ਕਰਦੇ ਆ, ਇੰਨੀ ਮਿਹਨਤ ਕਰਦੇ ਆ, ਇੰਨੀ ਪੈਦਾਵਾਰ ਵੱਧ ਗਈ, ਇੰਨੀ ਸਾਡੀ ਪੈਦਾਵਾਰ ਜ਼ਮੀਨ ਹੈ 60 ਏਕੜ ਤੋਂ ਹੁਣ ਸਾਡੀ 1 ਕਰੋੜ 5 ਲੱਖ ਏਕੜ ਜ਼ਮੀਨ ਸਾਡੇ ਪੰਜਾਬ ਦੇ ਵਿੱਚ ਹੁਣ ਖੇਤੀ ਦੀ ਪੈਦਾਵਾਰ ਕਰਨ ਵਾਲੀ ਹੈ। ਯਾਨੀ ਉਦੋਂ ਦੁੱਗਣੀ ਜ਼ਮੀਨ ਹੋ ਗਈ, ਉਦੋਂ ਦੁੱਗਣਾ ਝਾੜ ਹੋ ਗਿਆ, ਸਾਡੇ ਸਿਰ ਕਰਜ਼ਾ ਵੀ ਦੁੱਗਣਾ ਹੋ ਗਿਆ। ਜਦੋਂ ਅਸੀਂ ਇਹ ਖੇਤੀ ਕਰਦੇ, ਬਲਦਾਂ ਦੀ ਖੇਤੀ ਕਰਦੇ ਹੁੰਦੇ, ਉਦੋਂ ਪੈਸਾ ਨਹੀਂ ਸੀ ਮਿਲਦਾ, ਇਹ ਗੱਲ ਠੀਕ ਹੈ। ਸਾਡੇ ਕੋਲੇ ਮੈਨੂੰ ਯਾਦ ਹੈ ਵੀ ਆ ਸਾਡੇ ਗੱਡੇ ਦਾ ਭਾੜਾ ਲਾਉਂਦੇ ਹੁੰਦੇ, ਸਾਡੇ ਗੁਆਂਢੀਆਂ ਦਾ ਇੱਕ ਗੱਡਾ ਹੁੰਦਾ, ਇੱਕ ਸਾਡਾ ਗੱਡਾ ਹੁੰਦਾ। ਉਹ ਬੁਲਾਡੇ ਕਹਿੰਦੇ ਗੱਡਾ ਲੈ ਕੇ ਗਿਆ, ਮੇਰਾ ਤਾਇਆ ਜੀ ਕਹਿੰਦਾ ਵੀ ਅਸੀਂ ਭਾੜੇ ਦੇ ਗੱਡਾ ਲੈ ਕੇ ਗਏ, ਬੁਲਾਡੇ ਕਪਾਹ ਦਾ ਗੱਡਾ, ਨਾਲੇ ਦੀ ਕਪਾਹ ਦਾ, ਵੀ 12 ਰੁਪਏ ਵੱਡੇ ਉਹ ਭਾੜਾ ਲੱਗਿਆ ਉਹਦਾ। 12 ਰੁਪਏ ਜੋ ਗੱਡਾ ਦਾ ਕਹਿੰਦੇ ਅਸੀਂ ਬੜੇਵਿਆਂ ਦਾ ਭਰ ਲਿਆ। 2 ਲੈ ਲਏ ਕਹਿੰਦੇ ਮਿੱਟੀ ਦੇ ਤੇਲ ਦੇ ਪੀਪੇ, ਕਹਿੰਦੇ ਪੈਸੇ ਬਾਈ ਫਿਰ ਵੀ ਬਚ ਗਏ, ਪੈਸੇ ਫਿਰ ਵੀ ਬਚ ਗਏ। 12 ਰੁਪਏ ਚ ਬੁਲਾਡੇ ਗੱਡਾ ਜਾ ਵੜਿਆ, ਮੈਨੂੰ ਲੱਗਿਆ 40 ਮੀਲ ਹੋਣਾ ਉੱਥੋਂ। ਉਹ ਬੁਲਾਡੇ ਗੱਡਾ ਜਾ ਵੜਿਆ ਤੇ ਉਹਨੇ ਇੰਨਾ ਸਮਾਨ ਲੈ ਲਿਆ ਵੀ ਬੜੇਵਿਆਂ ਦਾ ਗੱਡਾ ਭਰ ਲਿਆ, 2 ਪੀਪੇ 3 ਇਹਦੇ ਮਿੱਟੀ ਦੇ ਤੇਲ ਦੇ, ਪੈਸੇ ਫਿਰ ਵੀ ਬਚ ਗਏ। ਪੈਸਾ ਦੇਖਣ ਨੂੰ ਨਹੀਂ ਮਿਲਦਾ, ਪਰ ਘਰੇ ਕੀ ਕੁਛ ਹੁੰਦਾ, ਖਾਣ ਦੀਆਂ ਚੀਜ਼ਾਂ ਸਾਡੇ ਸਾਰੀਆਂ ਹੁੰਦੀਆਂ, ਦਾਲਾਂ ਸਾਡੇ ਆਪਦੀਆਂ ਹੁੰਦੀਆਂ, ਗੁੜ ਸਾਡਾ ਘਰ ਦਾ ਹੁੰਦਾ, ਘਿਓ ਆਮ ਹੀ ਹੁੰਦਾ, ਦੁੱਧ ਲੱਸੀ ਆਮ ਹੀ ਹੁੰਦਾ, ਪਨੀਰੀਆਂ ਦੇ ਸਾਡੇ ਇੱਕ ਸੀਰੀ ਦਾ ਆਲਾ ਹੁੰਦਾ, ਉਹਨੂੰ ਕਹਿੰਦੇ ਵੀ ਆਹ ਘੋਟੇ ਦਾ ਆਲਾ, ਕਦੇ ਪਨੀਰੀ ਨਹੀਂ ਮੁੱਕੀ, ਸਾਡਾ ਸੀਰੀ ਹੁੰਦਾ। ਉਹ ਖਾਂਦੇ ਸੀ ਲੋਕ, ਉਹ ਹੱਥ ਚ ਖਦਰ ਦੇ ਕੱਪੜੇ ਹੁੰਦੇ ਬਾਈ, ਜੁੱਤੀ ਸਾਰੇ ਟੱਬਰ ਦੇ ਇੱਕ ਹੁੰਦੀ, ਉਹ ਜਿਹਦੇ ਪਾਸੇ ਆਸੇ ਜਾਂਦੇ ਉੱਦੇ ਜਾਂਦੇ, ਇੱਕ ਪੈਰ ਦੇ ਵਿੱਚ ਜੋੜਾ ਹੁੰਦਾ। ਤੁਸੀਂ ਪੁਰਾਣੇ ਬੰਦੇ ਨਹੀਂ ਦੇਖਦੇ ਹੁੰਦੇ, ਜਦੋਂ ਕਿਤੇ ਜਾਣਾ ਹੁੰਦਾ ਦੇ ਪਾਸੇ
ਤਾਂ ਪਾਸੇ ਜਾਂਦੇ ਨੇ ਉਹਨੇ ਜੁੱਤੀ ਬਾਈ ਡਾਂਗ 'ਚ ਡੰਗ ਲੈਣੀ, ਮਗਰ ਲੈ ਲੈਣੀ, ਜਾ ਕੇ ਸਹੁਰੇ ਜਾਂ ਸਹੁਰੀ ਸੂਰੀ ਜਾਣਾ, ਸੱਤ ਦੇ ਵਿੱਚ ਪੈਰ ਧੋ ਕੇ ਜਾ ਕੇ ਪਾਉਣੀ। ਐਡੀ ਕਿੱਡੀ ਗੱਲ ਸੋਨੂੰ ਨਹੀਂ ਨਾ ਪਤਾ ਇਹਨਾਂ ਗੱਲਾਂ ਦਾ। ਆਹ ਗੱਲਾਂ ਸਾਡੇ ਪੁਰਾਣੇ ਬੰਦਿਆਂ ਨੇ ਦੇਖੇ ਨੇ। ਜੁੱਤੀ ਨਵੀਂ ਹੁੰਦੀ ਕਿਉਂਕਿ ਸਹੁਰੀ ਜਾਣਾ ਹੁੰਦਾ, ਜੁੱਤੀ ਨੂੰ ਡਾਂਗ ਨਾਲ ਟੰਗ ਲੈਂਦੇ, ਮਗਰ ਮੋਢੇ ਤੇ ਧਰ ਲੈਂਦੇ, ਪਿੰਡ ਦੇ ਨੇੜੇ ਜਾ ਕੇ ਗਿੱਟੇ ਗੁੱਟੇ ਧੋ ਕੇ ਜੁੱਤੀ ਨਵੀਂ ਪਾ ਲੈਂਦੇ, ਉਹ ਆਉਣ ਲੱਗਾ ਫੇਰ ਕੱਢ ਲੈਂਦੇ। ਯਾਨੀ ਸਾਲ 2-2 ਸਾਲ ਇੱਕ ਜੁੱਤੀ ਚੱਲਦੀ ਹੈ। ਉਹ ਵਕਤ 'ਚ ਪੈਸਾ ਨਹੀਂ ਸੀ ਦੇਖੋ, ਉਦੋਂ ਸਮਾਜਿਕ ਭਾਈਚਾਰਾ ਬਹੁਤ ਸੀ। ਉਦੋਂ ਭਾਈਚਾਰਾ ਸਾਡਾ ਇੰਨਾ ਸੀ, ਜੇ ਇੱਕ ਦੇ ਘਰੇ ਵਿਆਹ ਹੁੰਦਾ ਤਾਂ ਯਾਨੀ ਸਾਰੇ ਵਿਹੜੇ ਦਾ ਵਿਆਹ ਹੁੰਦਾ, ਜੇ ਇੱਕ ਦਾ ਵਿਆਹ ਹੁੰਦਾ ਤਾਂ ਸਾਰੇ ਪਿੰਡ ਦਾ ਵਿਆਹ ਹੁੰਦਾ। ਪਸ਼ੂਆਂ ਤੇ ਬਰਾਤਾਂ ਆਉਂਦੀਆਂ, ਉਹ ਸਾਰੇ ਪਸ਼ੂ ਦੇ ਵਿੱਚ ਬਰਾਤ, ਸਾਰੇ ਪਿੰਡ ਦੇ ਵਿੱਚ ਪਸ਼ੂ ਬੰਨੇ ਹੁੰਦੇ। ਜਿਹੜੀ ਆਇਆ ਹੁੰਦਾ ਵੀ ਸਾਂਝ ਸਾਡੀ ਐਨੀ ਸੀ, ਮਜ਼ਦੂਰਾਂ ਨਾਲ ਸਾਂਝ, ਕਿਸਾਨਾਂ ਨਾਲ ਸਾਂਝ, ਭਾਈਚਾਰਕ ਸਾਂਝ। ਉਹ ਸਾਰੀ ਸਾਂਝ ਤੁਹਾਡੇ ਇਸ ਡਿਵੈਲਪਮੈਂਟ ਤੇ ਤਰੱਕੀ ਨੇ ਬਾਈ ਸਾਡੀ ਖਾ ਲਈ। ਅੱਜ ਭਰਾ ਨਾਲ ਵਰਤੇ ਨਾ ਵਰਤੇ, ਕੋਈ ਇਕੱਠੇ ਹੋ ਕੇ ਨਹੀਂ ਜਾਂਦੇ ਵੀ ਤੇਰਾ ਭਰਾ ਨਹੀਂ ਵਰਤਦਾ, ਚੱਲ ਉਹਨੂੰ ਵਿਆਹ ਵਾਲੇ ਦਿਨ ਮਨਾ ਕੇ ਲਈਏ। ਅੱਜ ਕੱਲ ਕੋਈ ਨਹੀਂ ਗੱਲ। ਬੋਲਣਾ ਬੋਲ, ਆਉਣਾ ਆ, ਨਹੀਂ ਆਉਣਾ ਮੇਰੇ ਦਾ ਸਰਦਾ। ਕਿਉਂ ਮੈਂ ਕਿਹੜਾ ਬਾਈ ਵਿਆਹ ਇੱਥੇ ਕਰਨਾ, ਮੈਂ ਤਾਂ ਜਾ ਕੇ ਸਲਾਮ ਕਰਨਾ, ਮੈਂ ਤਾਂ ਸੰਗਰੂਰ ਕਰਨਾ, ਮੈਂ ਤਾਂ ਬਲਾਡੇ ਕਰਨਾ, ਮੈਂ ਤਾਂ ਫਲਾਣੀ ਤੋਂ ਕਰਨਾ। ਉਹਨੇ ਉੱਥੇ ਵਿਆਹ ਕਰ ਲੈਣਾ, ਭਰਾ ਨੂੰ ਬੁਲਾਉਣਾ ਹੀ ਨਹੀਂ। ਜਿਹੜੀ ਰੁੱਸੇ ਨੂੰ ਮਨਾਉਣ ਦਾ ਵਕਤ ਹੁੰਦਾ ਇੱਕ ਵਿਆਹ ਵਾਲੇ ਦਿਨ ਉਹਨੂੰ ਬੁਲਾਉਣਾ ਹੀ ਭੁੱਲ ਗਏ। ਤੇ ਗਮਾਂਡੀ ਨੂੰ ਆਏ ਭੁੱਲ ਗਏ, ਮੈਂ ਤੇਰੇ ਕੋਲ ਟਿੰਡੀਆਂ ਲੈਣੀਆਂ ਨੇ, ਮੇਰੇ ਕੋਲ ਟਰੈਕਟਰ ਹੈ, ਮੇਰੇ ਕੋਲ ਸੁਹਾਗ ਹੈ, ਮੇਰੇ ਕੋਲ ਮਸ਼ੀਨ ਹੈ, ਮੇਰੇ ਕੋਲ ਸਾਰੀਆਂ ਚੀਜ਼ਾਂ ਨੇ। ਤੇ ਮਜ਼ਦੂਰ ਦਾ ਸਾਹ ਨਹੀਂ ਮੁੱਕ ਗਈ, ਨਾ ਲੇਬਰ ਨਹੀਂ, ਨਾ ਉਸਦੀ ਇਹ ਡਿਵੈਲਪਮੈਂਟ ਹੋ ਗਈ। ਤੇ ਲੋੜਾਂ ਮੁੱਕ ਗਿਆ, ਸਾਂਝਾਂ ਮੁੱਕ ਗਿਆ, ਵਿਰਾਸਤ ਮੁੱਕ ਗਈ, ਜਿੱਦੇ ਮੁੱਕ ਗਏ, ਮੇਲੇ ਮੁੱਕ ਗਏ, ਵਿਆਹ ਮੁੱਕ ਗਏ। ਤੇ ਹੋ ਕੀ ਗਿਆ ਬਾਈ? ਕੱਪੜੇ ਚਿੱਟੇ ਹੋ ਗਏ, ਪਿੱਤਲ ਦੇ ਕੋਕਿਆਂ ਵਾਲੇ ਖੂਡੇ ਹੋ ਗਏ, ਘਰੇ ਗੱਡੀਆਂ ਹੋ ਗਈਆਂ, ਲੜੇ ਕੁੱਤੇ ਹੋ ਗਏ, ਕਰਜ਼ਾ ਗਲ ਹੋ ਗਿਆ, ਸਾਰੀ ਦੁਨੀਆ ਖੁਦਕੁਸ਼ੀਆਂ ਚ। ਹੁਣ ਹਾਲ ਤੇ ਕਹਿ ਸਕਦੇ ਹਾਂ ਅਸੀਂ, ਕੋਠੇ ਤੇ ਚੜ ਕੇ ਕਹਿ ਸਕਦੇ ਹਾਂ, ਜਿਹੜੀ ਗੱਲ ਤੋਂ ਸੰਗਦੇ ਹੁੰਦੇ ਸੀ ਬਾਈ ਗਲ ਕਰਦੇ ਐ ਕਹਿ ਸਕਦੇ। ਆਹ ਦਿੱਤਾ ਬਾਈ ਤੁਸੀਂ ਸਾਨੂੰ, ਐਂ ਅਸੀਂ ਅੰਨਦਾਤਾ, ਦੇਸ਼ ਦੇ ਰੀੜ੍ਹ ਦੀ ਹੱਡੀ ਅਸੀਂ ਐਂ ਕਰਕੇ। ਆਹ ਹਾਲ ਤੁਸੀਂ ਨੇ ਸਾਡਾ ਕੀਤਾ ਹੈ। ਹੁਣ ਆਹ ਹਾਲ ਕਰਕੇ ਵੀ ਨਹੀਂ ਸਰਦਾ ਤੁਹਾਡਾ, ਹੁਣ ਵੀ ਨਹੀਂ ਜਿਉਣ ਦਿੰਦੇ। ਓਏ ਅਸੀਂ ਜਿਹੋ ਜਿਹੇ ਹਾਲ 'ਚ ਜਿਉਂ ਰਿਹਾ, ਸਾਨੂੰ ਜਿਉਂ ਲੈਣ ਦਿਓ। ਆਏ ਆ ਫਰਿਆਦ ਲੈ ਕੇ, ਉੱਥੋਂ ਚੱਲ ਕੇ ਪੰਜਾਬ ਤੋਂ ਆਏ, ਫਰਿਆਦੀ ਇੱਥੇ ਹੱਦ ਤੇ ਬੈਠੇ। 3.5 ਮਹੀਨੇ ਦੀ ਗੱਲ ਸੁਣਨ ਤਿਆਰੀ, ਸਰੇਹੇ ਭੇਜੀ ਜਾਂਦੇ ਨੇ, ਰੋਜ਼ ਆਉਂਦੇ ਨੇ ਅਫਸਰ। ਦੱਸੋ ਜੀ ਪ੍ਰਧਾਨ ਜੀ ਫਿਰ ਨਿਬੇੜੋ, ਕਿੱਥੇ ਨਿਬੇੜਦੇ ਹੋ? ਸਵਾਹ ਨਿਬੇੜੀਏ। ਅਸੀਂ ਕਹਿੰਦੇ ਵੀ ਸਾਡੇ ਕੰਮ ਦੇ ਨਹੀਂ ਬਾਈ, ਕਾਨੂੰਨ ਆਪਦੇ ਰੱਦ ਕਰਕੇ ਇਹਨਾਂ ਨੂੰ ਢਿੱਲੇ ਪਾ ਦਿਓ। ਹੋਰ ਕੀ ਨਿਬੇੜਨਾ? ਕਾਹਤੋਂ ਨਹੀਂ ਪਾਉਂਦੇ? ਜਦੋਂ ਸਾਨੂੰ ਚਾਹੀਦੇ ਨੇ ਕਾਨੂੰਨ, ਤੁਸੀਂ ਆਪਦੇ ਵਾਪਸ ਲੈ ਲਓ। ਨਾਲ ਚੜ੍ਹਦੇ ਹੋ ਸਾਡੇ ਨਾਲ ਤੁਹਾਨੂੰ ਲੈਣੇ ਪੈਣਗੇ। ਇਸ ਕਰਕੇ ਗੱਲ ਇੱਥੇ ਖੜੀ ਹੈ। ਇਹ ਗੱਲ ਨਹੀਂ ਹੁਣ ਤੁਸੀਂ ਜਿਵੇਂ ਆਉਣਾ ਪੰਡਾਲ ਦੇ ਵਿੱਚ ਉਹਦੇ ਤੇ ਬੈਠੇ ਹੋਏ ਹੋ, ਤੁਹਾਡੀਆਂ ਗੱਲਾਂ ਚੱਲਦੀਆਂ ਹੋਣੀਆਂ ਵੀ ਯਾਰ ਕੋਈ ਗੱਲ ਦਾ ਕੋਈ ਮੂੰਹ ਮੱਥਾ ਜਿਹਾ ਨਹੀਂ ਬਣਦਾ। ਗੱਲ ਠੀਕ ਹੈ, ਜੇ ਤੁਹਾਨੂੰ ਗੱਲ ਹੁਣ ਜਿੰਨੇ ਤੁਸੀਂ ਸਟੇਜ ਤੇ ਆਏ ਹੋਏ ਹੋ, ਤੁਹਾਨੂੰ ਤਾਂ ਕੁਛ ਨਾ ਕੁਛ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਵੀ ਗੱਲ ਕਿੱਧਰ ਚੱਲਦੀ ਹੈ, ਕੀ ਬਣ ਗਈ ਕੀ ਨਹੀਂ ਬਣੀ। ਜਿਹੜੇ ਸਟੇਜ ਤੇ ਨਹੀਂ ਆਏ, ਜਿਨ੍ਹਾਂ ਨੇ ਸੁਣਨੇ ਨਹੀਂ, ਉਹ ਕਹਿੰਦੇ ਹੋਣੇ ਵੀ ਮੂੰਹ ਮੱਥਾ ਨਹੀਂ ਬਣਦਾ। ਹੁਣ ਸਵਾਲ ਇਹ ਹੈ ਬਾਈ, ਇਹ ਨਹੀਂ ਗੱਲ ਦਾ ਕੋਈ ਮੂੰਹ ਮੱਥਾ ਨਹੀਂ ਬਣਦਾ, ਇਹ ਗੱਲ ਵੀ ਗੱਲ ਚੱਲਦੀ ਨਹੀਂ। ਗੱਲ ਰੋਜ਼ ਚੱਲਦੀ ਹੈ, ਨਿੱਤ ਚੱਲਦੀ, ਪਰ ਗੱਲ ਦਾ ਤਰੀਕਾ ਬਦਲ ਗਿਆ। ਤਰੀਕਾ ਕੀ ਬਦਲ ਗਿਆ? ਸਰਕਾਰ ਨੇ ਆਪਦੇ ਅਫਸਰ ਛੱਡੇ ਹੋਏ ਨੇ, ਕਦੇ ਸਾਡੇ ਨਾਲ ਗੱਲ, ਕਦੇ ਟਕੈਤ ਨਾਲ ਗੱਲ, ਕਦੇ ਰਾਜਿਆਂ ਨਾਲ ਗੱਲ, ਕਦੇ ਕਿਸੇ ਨਾਲ ਗੱਲ, ਰੋਜ਼ ਗੱਲ ਚੱਲ। ਗੱਲਬਾਤ ਦਾ ਤਰੀਕਾ ਹੈ। ਗੱਲਬਾਤ ਤੂੰ ਕੀ ਬੋਲਦਾ, ਬੋਲੀਆਂ ਦੇਖਦੇ ਨੇ ਵੀ ਕੌਣ ਕੀ ਬੋਲਦਾ, ਕੌਣ ਕਿੱਥੇ ਜੇ ਬੋਲਦਾ, ਕਿੰਨੇ ਕੁ ਪਿੱਛੇ ਹਟ ਕੇ ਸਮਝੌਤਾ ਕਰਨ ਨੂੰ ਤਿਆਰ ਨੇ, ਕਿੱਥੇ ਕਿਹੜੇ ਅੱਗੇ ਖੜੇ ਨੇ, ਕਿੰਨਾ ਕੋਲੇ ਕਿੰਨੀ ਸ਼ਕਤੀ ਹੈ, ਲੋਕ ਕੀ ਬੋਲਦੇ ਨੇ, ਲੋਕਾਂ ਦੇ ਵਿੱਚ ਇਹਨਾਂ ਦਾ ਕੱਟ ਘਟ ਰਿਹਾ ਕਿ ਵੱਧ ਰਿਹਾ। ਕਿਉਂਕਿ ਦੁਸ਼ਮਣ ਨੇ ਸਾਰਾ ਕਮਜ਼ੋਰੀਆਂ ਨੂੰ ਵੀ ਦੇਖਣਾ ਹੁੰਦਾ। ਦੁਸ਼ਮਣ ਸਾਡੀ ਦੇਖਦਾ ਵੀ ਗਾਂ ਹਾੜੀ ਦੀ ਰੁੱਤ ਆ ਰਹੀ ਹੈ ਬਾਈ, ਆਹ ਕੱਟ ਘਟੂਗਾ, ਇਹਨਾਂ ਦੇ ਵਿੱਚੋਂ ਹੁਣੀ ਰਾਸਤਾ ਕਿੰਨੀ ਬੁਲਾ ਲਈਏ ਬਾਈ। ਕਾਨੂੰਨ ਕਨਾਨ ਨਹੀਂ ਵਾਪਸ ਹੁੰਦੇ, ਤੁਹਾਡੇ ਬਿਜਲੀ ਜਾਂਦਾ ਕੋਈ ਗੱਲ ਛੱਡ ਜੇ ਵੀ ਸਰਕਾਰ ਨੇ ਫੈਸਲਾ ਕਰ ਲਿਆ, ਕਾਨੂੰਨ ਨਹੀਂ ਵਾਪਸ ਹੁੰਦੇ। ਇੰਨੀ ਕੁ ਗੱਲ ਕਹਾਉਣੀ ਭਲਾ ਕੀ ਔਖੀ ਹੈ ਜੇ 10 ਬੰਦੇ ਛੱਡਦਾ ਨਾਲ ਕਿਕਰੀ ਚ
10 ਬੰਦੇ 4 ਕਟਾਲੀਏ ਦੇ ਇੱਥੇ ਛੋਟਾ ਛੱਡ ਕੇ 4 ਘੋਤੇ ਛੱਡ ਕੇ 4 ਘੋਤੇ ਛੱਡ ਕੇ ਤੁਹਾਡੇ ਯਾਦ ਹੋਣਾ ਜਿਹੜੇ ਪੁਰਾਣੇ ਬੰਦੇ ਬੈਠੇ ਹੋ। ਆਪਾਂ ਨੂੰ ਆਇਆ ਨੂੰ ਇਹ 10 ਦਿਨ ਹੋਏ ਸੀ, ਇੱਕ ਵੀਡੀਓ ਪਾਈ ਦਾੜੀ ਵਾਲੇ ਬੰਦੇ ਦੀ, ਖਾਲਸੇ ਦੀ, ਬਹੁਤ ਵੱਡੀ ਵੀਡੀਓ, ਲੰਮੀ ਵੀਡੀਓ ਪਾਈ ਉਹਨੇ। ਅਸੀਂ ਆ ਰਹੇ ਹਾਂ ਉਧਰੋਂ ਟਿੱਕਰੀ, ਇਧਰ ਸਿੰਘੂ ਤੋਂ, ਮੇਰੇ ਨਾਲ ਰੂਪ ਸੀ, ਯਾਨੀ ਉਹ ਵੀਡੀਓ ਪਾ ਰਿਹਾ ਹੈ। ਵੀਡੀਓ ਦੇ ਵਿੱਚ ਕਹਿ ਕੀ ਰਿਹਾ ਹੈ ਕਿ ਪੰਜਾਬ ਹਿੰਦੁਸਤਾਨ ਦੀ ਹਕੂਮਤ ਨੇ ਫੌਜ ਤਿਆਰ ਕਰ ਲਈ, ਫੌਜ ਦੀ ਡਿਊਟੀ ਲਾਤੀ ਵੀ ਸਿੰਘੂ ਬਾਰਡਰ ਤੇ 2 ਦਿਨ ਦੇ ਵਿੱਚ ਅਟੈਕ ਕਰਨਾ, ਹਿੱਸਿਆਂ 'ਚ ਵੰਡ ਲਿਆ ਵੀ ਆਹ ਹਿੱਸਾ ਇਹਨੇ ਅਟੈਕ ਕਰਨਾ, ਆਹ ਹਿੱਸੇ ਜਿਹਨੇ ਅਟੈਕ ਕਰਨਾ, ਇਹਨਾਂ ਨੂੰ ਖਦੇੜ ਦੇਣਾ, ਠਾਣਾ। ਪਹਿਲਾਂ ਸਿੰਘੂ ਬਾਰਡਰ ਠਾਉਣੀ ਹੈ, ਫਿਰ ਟਿੱਕਰੀ ਤੇ ਹਮਲਾ ਕਰਨਾ, ਟਿੱਕਰੀ ਵਾਲੀ ਠਾਉਣੀ ਹੈ। ਇਸ ਕਰਕੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਵੀ ਉਹ ਤੋਂ ਪਹਿਲਾਂ ਉਹ ਆਪਣੇ ਘਰਾਂ ਨੂੰ ਵਗ ਜਾਣ ਜਾਂ ਭਾਈ ਹੋ ਸਿੱਧਾ ਤੱਕ। ਇਹ ਵੀਡੀਓ ਆ ਰਹੀ ਹੈ, ਇਹ 3 ਮਹੀਨੇ ਪਹਿਲਾਂ ਵੀਡੀਓ ਦੀ ਗੱਲ ਕਰਦਾ ਮੈਂ, 3 ਮਹੀਨੇ ਪਹਿਲਾਂ। ਹੁਣ ਤਾਂ 3 ਮਹੀਨੇ ਤੱਕ ਕੇ 7 ਦਿਨ ਹੋਏ ਸੀ ਆਪਾਂ। ਮੈਂ ਜਦੋਂ ਉਹ ਵੀਡੀਓ ਸੁਣੀ, ਮੈਂ ਕਿਹਾ ਇਹ ਸਰਕਾਰ ਦੀ ਪਾਈ ਹੋਈ ਵੀਡੀਓ ਹੈ, ਇਹ ਬਕਵਾਸ ਹੈ। ਅਜੇ ਵੀਡੀਓ ਮੈਂ ਬੰਦ ਕੀਤਾ ਮੋਬਾਈਲ, ਜਿਹੜੀ ਮੈਨੂੰ ਦਿੱਲੀੋਂ ਫੋਨ ਆ ਗਿਆ ਕਿਸੇ ਆਪਣੇ ਬੰਦੇ ਦਾ, ਪ੍ਰਧਾਨ ਜੀ ਚੌਕਸ ਰਹਿਣ ਦੀ ਲੋੜ ਹੈ, ਅਟੈਕ ਦੇ ਖਤਰੇ ਦੇ। ਮੈਂ ਉਹਨੂੰ ਜਵਾਬ ਦਿੱਤਾ ਵੀ ਭੋਰਾ ਨਹੀਂ ਹੁੰਦਾ ਅਟੈਕ, ਬਕਵਾਸ ਹੈ ਮੇਰਾ। ਇਹ ਅਟੈਕ ਕਰ ਦੇਣ, ਅਟੈਕ ਕਰਕੇ ਸਾਨੂੰ ਖਾ ਦੇਣ, ਸਾਡੇ ਬੰਦੇ ਨੂੰ ਕੁੱਟਮਾਰ ਕਰ ਦੇਣ, ਬਸ ਸਾਡੇ ਕਤਲ ਕਰ ਦੇਣ, ਸਾਡਾ ਫੈਸਲਾ ਹੋ ਗਿਆ, ਨਿਬੜ ਗਈ ਸਾਡੀ ਤਾਂ ਗੱਲ। ਸਾਨੂੰ ਕੀ ਚਾਹੀਦਾ? ਜੇ ਸਾਡਾ ਇੱਕ ਅਟੈਕ ਦੇ ਵਿੱਚ ਇੱਕ ਬੰਦਾ ਵੀ ਸ਼ਹੀਦ ਹੋ ਗਿਆ, ਸਮਝ ਲਓ ਅਸੀਂ ਜਿੱਤ ਗਏ। ਅਟੈਕ ਕਰਨਾ ਤਾਂ ਬਹੁਤ ਮਹਿੰਗਾ ਹੈ ਭਾਈ। ਇੱਥੇ ਬੈਠਾ 3 ਮਹੀਨੇ ਹੋ ਗਏ, ਹੁਣ ਕਰ ਲੈਣਾ ਅਟੈਕ। ਕਦੋਂ ਰੋਕਿਆ ਸੀ ਅਟੈਕ ਕਰਨ ਤੋਂ? ਅਸੀਂ ਤਾਂ ਕਹਿੰਦੇ ਵੀ ਦਿਓ ਤਾਂ ਸਹੀ ਕੁਛ। ਜੇ ਤੁਹਾਡੇ ਕੋਲੇ ਕਾਨੂੰਨ ਵਾਪਸ ਕਰਨ ਵਾਸਤੇ ਕੋਈ ਰਸਤਾ ਨਹੀਂ, ਸਾਨੂੰ ਡਾਂਗਾ ਮਾਰ ਕੇ ਜੇਲ੍ਹਾਂ ਬੰਦ ਕਰ ਦਿਓ, ਕੁੱਟ ਦਿਓ, ਮਾਰ ਦਿਓ, ਸਾਨੂੰ ਕੁਛ ਕਰਨ ਜੋਗੇ ਤਾਂ ਪਿੰਡ ਵੜ ਜੋਗੇ ਤਾਂ ਕਰੋ। ਜਿਹੜਾ ਕੁਛ ਤੁਹਾਡੇ ਕੋਲੇ ਹੈਗਾ ਭਾਈ ਉਹ ਦੇ ਦਿਓ। ਅਸੀਂ ਕਾਨੂੰਨ ਵਾਪਸੀ ਵਾਲੀ ਗੱਲ ਕਰਦੇ ਹਾਂ, ਤੁਸੀਂ ਸਾਨੂੰ ਉਹ ਦੇ ਦਿਓ। ਇਸ ਕਰਕੇ ਐ ਅਫਵਾਹਾਂ ਚੱਲਣਗੀਆਂ ਵੀ ਕੁਛ ਨਹੀਂ ਮਿਲਣ ਵਾਲਾ। ਉਹ ਤੁਹਾਨੂੰ ਸਾਫ਼ ਦੱਸਦੇ ਆ ਵੀ ਸਰਕਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਹੱਲੀ ਹੋਈ, ਕਦੀ ਸਰਕਾਰ ਨਹੀਂ ਹੱਲੀ ਹੋਈ। ਤੁਹਾਡੇ ਸਾਰਿਆਂ ਦੇ ਵਿੱਚ ਇਹ ਗੱਲ ਚੱਲੀ ਹੋਈ ਹੈ ਨਾ ਬਾਈ ਵੀ ਮੋਦੀ ਕੋਲੇ ਬਹੁਤ ਸਪਸ਼ਟ ਬਹੁਮਤ ਹੈ। ਲਿਖ ਲਓ ਗੱਲ, ਸੁਣ ਲਓ ਗੱਲ। ਜਿਹੜੀ ਗੱਲ ਅੱਜ ਸਟੇਜ ਤੋਂ ਕਹਿ ਰਹੇ ਜਿਹਦੇ 10 ਸਾਲਾਂ ਨੂੰ ਜਾਂ ਸਾਲ ਨੂੰ ਜਾਂ 6 ਮਹੀਨੇ ਤੁਹਾਡੇ ਸਾਹਮਣੇ ਆ ਜਾਏ, ਤੁਸੀਂ ਉਹ ਮੇਰੀਆਂ ਪਹਿਲਾਂ ਕਹਿੰਦੇ ਅੱਜ ਤੋਂ 20 ਸਾਲ ਪਹਿਲਾਂ ਦੀਆਂ ਕਈਆਂ ਹੋਈਆਂ ਗੱਲਾਂ ਜਿਹੜੇ ਜਾਣਦੇ ਨੇ, ਉਹਨਾਂ ਦੇ ਅੱਜ ਸਾਹਮਣੇ ਆ ਜਾਏ। ਇਹ ਬੀਜੇਪੀ ਸਰਕਾਰ ਕੋਲੇ ਬਹੁਮਤ ਹੈ। ਇਹ ਆਪਦੇ ਬੋਝ ਨਾਲ, ਆਪਦੇ ਹੰਕਾਰ ਨਾਲ ਆਪ ਦੀ ਇਹਨੂੰ ਕਿਸੇ ਨੇ ਨਹੀਂ ਦੇਖਣਾ। ਐਸਾ ਅੰਦੋਲਨ ਨੇ ਬੀਜੇਪੀ ਤੇ ਖੜਲ ਪਾਇਆ ਹੋਇਆ, ਖੜਲ। ਬੀਜੇਪੀ ਦੇ ਅੰਦਰ ਉਹਨਾਂ ਦੀ ਆਪਣੀ ਪਾਰਟੀ ਚ, ਉਹਦੇ ਆਪਦੇ ਮੰਤਰੀਆਂ ਚ, ਉਹਨਾਂ ਚ ਗੱਲ ਚੱਲ ਰਹੀ ਹੈ ਵੀ ਪੱਠਾ ਬਿਠਾਤਾ, ਤੁਹਾਡੇ ਪੱਠਾ ਬਿਠਾ ਰੱਖਿਆ, ਤੁਸੀਂ ਕੁਛ ਨਾ ਕੁਛ ਸੋਚੋ। ਕਿਉਂ? ਪਾਰਲੀਮੈਂਟ ਦੀਆਂ, ਅਸੈਂਬਲੀ ਦੀਆਂ ਚੋਣਾਂ ਆ ਰਹੀਆਂ ਨੇ, ਪੱਛਮੀ ਬੰਗਾਲ ਦੀਆਂ, ਅਸਾਮ ਦੀਆਂ ਚੋਣਾਂ ਆ ਰਹੀਆਂ ਨੇ, ਯੂਪੀ ਦੀਆਂ ਚੋਣਾਂ ਆ ਰਹੀਆਂ ਨੇ, ਪੰਜਾਬ ਦੀਆਂ ਚੋਣਾਂ ਆ ਰਹੀਆਂ ਨੇ। ਅੰਦੋਲਨ ਜ਼ੋਰਾਂ ਤੇ ਹੈ। ਇਹਨਾਂ ਨੇ ਭੇਜੇ ਨੇ ਆਪਣੇ ਨੁਮਾਇੰਦੇ, ਪ੍ਰਚਾਰ ਕਰਦੇ ਫਿਰਦੇ ਨੇ, ਯੂਪੀ ਦੇ ਵਿੱਚ ਪ੍ਰਚਾਰ ਕਰਦੇ ਫਿਰਦੇ ਨੇ ਕਿ ਇਹ ਕਾਨੂੰਨ ਬਹੁਤ ਠੀਕ ਨੇ, ਮੰਤਰੀਆਂ ਦੇ ਡਿਊਟੀਆਂ ਲਾਈਆਂ। ਮੰਤਰੀਆਂ ਨੂੰ ਲੋਕਾਂ ਨੇ ਘੇਰ ਲਿਆ, ਘੇਰ ਕੇ ਸੱਤਾਂ ਚੋਂ ਵਾਪਸ ਮੁੜੇ ਨੇ। ਹਰਿਆਣੇ ਦੇ ਵਿੱਚ ਨਹੀਂ ਰੈਲੀਆਂ ਹੋਣ ਦਿੱਤੀਆਂ, ਯੂਪੀ 'ਚ ਨਹੀਂ ਰੈਲੀਆਂ ਹੋਣ ਦਿੰਦੇ, ਬੰਗਾਲ 'ਚ ਚੋਣਾਂ ਨੇ, ਉਧਰਲੇ ਪਾਸੇ ਖੇਤੀ ਕਿੱਤੇ ਵਾਲੇ ਲੋਕ ਸਰਗਰਮ ਘੱਟ ਨੇ। ਉੱਥੇ ਕਲਕੱਤੇ ਦੇ ਵਿੱਚ ਵੱਡੀ ਰੈਲੀ ਦੀ ਮੰਗ ਕੀਤੀ ਹੋਈ ਹੈ। ਰਾਜਸਥਾਨ 'ਚ ਕੱਲ ਨੂੰ ਰੈਲੀ ਹੈ, ਪਰਸੋਂ ਕਰਕੇ ਆਇਆ। ਹਰਿਆਣੇ ਦੇ ਵਿੱਚ 2 ਰੈਲੀਆਂ, ਵੱਡੇ ਇਕੱਠ ਹੋ ਰਹੇ ਨੇ। ਵੱਡੇ ਇਕੱਠਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਉਮੜ ਕੇ ਸਾਹਮਣੇ ਆ ਗਿਆ। ਇਹਨੂੰ ਤੁਸੀਂ ਪ੍ਰਾਪਤੀ ਨਹੀਂ ਸਮਝਦੇ ਬਾਈ। ਇੱਕ ਹੰਕਾਰੀ ਹੁਕੂਮਤ ਜਿਹੜੀ ਕੇਂਦਰ ਦੇ ਵਿੱਚ ਬੈਠੀ ਹੈ, ਜਿਹਦਾ ਐਡਾ ਬੋਲਬਾਲ ਹੈ, ਜਿਹਦੇ ਕੋਲ ਐਡੀ ਵੱਡੀ ਬੇਨਤੀ ਹੈ ਕਿ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਤਾਂ ਬਹੁਤ ਹੰਕਾਰੀ ਨੇ, ਇਹ ਜਿਹੜੀ ਮੂੰਹ ਚੋਂ ਕੱਢਦੇ ਨੇ ਵਾਪਸ ਨਹੀਂ ਲੈਂਦੇ ਹੁੰਦੇ ਗੱਲ, ਜਿਨ੍ਹਾਂ ਬਾਰੇ ਇਹ ਪ੍ਰਚਾਰ ਹੈ
ਫਿਰ ਤੁਸੀਂ ਘਰੋਂ ਜਦੋਂ ਤੁਰੇ ਸੀ ਤੁਹਾਨੂੰ ਪਤਾ ਸੀ ਵੀ ਹੰਕਾਰੀ ਰਾਜੇ ਨਾਲ ਟੱਕਰਾ ਬਈ ਟਾਈਮ ਤਾਂ ਲੱਗੂਗਾ। ਅੱਜ ਤੱਕ ਤੁਸੀਂ ਮੈਨੂੰ ਕਦੇ ਬੋਲਦਾ ਸੁਣਿਆ ਵੀ 1-2 ਦਿਨਾਂ ਦੀ ਲੜਾਈ ਹੈ? ਮੈਂ ਵੀ ਜਦੋਂ ਵੀ ਕਦੇ ਸਟੇਜ ਤੇ ਬੋਲੇ ਮੈਂ ਤਾਂ ਕਿਹਾ ਵੀ ਲੰਮੀ ਲੜਾਈ ਹੈ। ਅੱਜ ਤਾਂ ਇੱਥੋਂ ਤੱਕ ਕਹਿੰਦੇ ਆ ਵੀ ਇਹਦੇ ਨਾਲ ਤਾਂ ਲੜਾਈ ਆਪਣੇ ਕਾਨੂੰਨ ਵਾਪਸ ਹੋਣ ਤੋਂ ਬਾਅਦ ਵੀ ਨਹੀਂ ਮੁੱਕਦੀ, ਆਪਣੀ ਲੜਾਈ ਤਾਂ ਚੱਲੂਗੀ। ਇਹ ਲੰਮੀ ਲੜਾਈ ਹੈ, ਇਹ ਸੱਚਮੁੱਚੀ ਇਹ ਆਪਣੇ ਬਰਾਤ ਆਪਣੇ ਵਕਾਰ ਦੀ ਲੜਾਈ ਹੈ, ਆਪਣੀ ਹੋਣ ਦੀ ਲੜਾਈ ਹੈ, ਆਪਣੀ ਕਿੱਤੇ ਨੂੰ ਬਚਾਉਣ ਦੀ ਲੜਾਈ ਹੈ। ਇਹ ਕਿੱਤੇ ਦੀ ਲੜਾਈ ਫਿਰ ਇਕੱਲੇ ਪੰਜਾਬ ਦੇ ਲੋਕਾਂ ਦੀ ਕਿਉਂ ਆ? ਇਹ ਤਾਂ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਹੈ। ਇਹ ਕਿਸੇ ਇੱਕ ਧਰਮ ਦੀ ਲੜਾਈ ਨਹੀਂ, ਇਹ ਸਿੱਖ ਧਰਮ ਦੀ ਲੜਾਈ ਨਹੀਂ, ਇਹ ਹਿੰਦੂ ਧਰਮ ਦੀ ਲੜਾਈ ਨਹੀਂ, ਨਾ ਮੁਸਲਮਾਨਾਂ ਦੇ ਧਰਮ ਦੀ ਲੜਾਈ ਹੈ, ਨਾ ਇਹ ਜਾਤ ਦੀ ਲੜਾਈ ਹੈ। ਇਹਦਾ ਕਿੱਤੇ ਦੀ ਲੜਾਈ ਹੈ। ਕਿੱਤੇ ਦੇ ਲੋਕ ਤਾਂ ਇਕੱਠੇ ਕਰਨੇ ਪੈਣਗੇ। ਤੁਹਾਨੂੰ ਬੰਗਾਲ ਦੇ ਲੋਕਾਂ ਕੋਲੇ ਵੀ ਜਾਣਾ ਪਊਗਾ, ਤੁਹਾਨੂੰ ਗੁਜਰਾਤ ਦੇ ਲੋਕਾਂ ਕੋਲੇ ਵੀ ਜਾਣਾ ਪਊਗਾ। ਤੁਸੀਂ ਹੈਰਾਨ ਹੋਵੋਗੇ ਜਿੱਦੇ ਦਿੱਲੀ ਲੱਗੇ ਹੋਏ ਆ ਦਿੱਲੀ ਵਾਲੀ ਘਟਨਾ ਹੋਈ ਹੈ 26 ਤਰੀਕ। ਉੱਤਰਾਖੰਡ ਦੇ ਕਿਸਾਨ, ਤਰਾਈ ਏਰੀਏ ਦੇ ਉੱਤਰਾਖੰਡ ਦੇ ਕਿਸਾਨ, 2 ਕਿਸਾਨ ਮੈਨੂੰ ਅੱਡ ਕਰਕੇ ਮਿਲੇ। ਪ੍ਰਧਾਨ ਜੀ ਕਿਤੇ ਖਾਲਿਸਤਾਨ ਨਾਲ ਹੀ ਮੰਗ ਨਾ ਕਰ ਲਓ, ਅਸੀਂ ਮਰੇ। ਪਤਾ ਭਾਈ ਤੁਹਾਨੂੰ ਉਹਨਾਂ ਨਾਲ ਕੀ ਪਤਾ ਤੁਸੀਂ ਕਿੱਥੇ ਕਿੱਥੇ ਬੈਠੇ? ਆਹ ਪੱਗਾਂ ਵਾਲੇ ਸਿੱਕਰੀ ਬਾਰਡਰ ਤੇ ਵੀ ਅਸੀਂ ਆ, ਸੰਗੂ ਬਾਰਡਰ ਤੇ ਵੀ ਅਸੀਂ ਆ, ਸ਼ਾਹਜਹਾਂ ਬਾਰਡਰ ਤੇ ਵੀ ਅਸੀਂ ਆ, ਗਾਜੀਪੁਰ ਤੇ ਵੀ ਬਾਈ ਅਸੀਂ ਆ, ਪਲ ਤੇ ਵੀ ਅਸੀਂ ਬੈਠੇ। ਮੈਂ ਕੱਲ 2 ਰੈਲੀਆਂ 'ਚ ਬੋਲ ਕੇ ਆਇਆ ਹਰਿਆਣੇ ਦੇ। ਮੈਂ ਪੰਜਾਬੀ 'ਚ ਭਾਸ਼ਣ ਕਰ, ਮੈਂ ਹਿੰਦੀ ਬੋਲ ਸਕਦਾ। ਥਾਂ ਤੇ ਪੰਜਾਬੀ ਬੈਠੇ, ਜਗ੍ਹਾ ਜਗ੍ਹਾ ਤੇ ਪੰਜਾਬੀ ਬੈਠੇ। ਹੋ ਕੰਨਿਆ ਕੁਮਾਰੀ ਤੱਕ ਸਿੱਖ ਸਰਦਾਰ ਬੈਠੇ ਜੀ ਬਾਈ। ਕੀ ਬਣੂਗਾ ਉਹਨਾਂ ਦਾ? ਠੀਕ ਹੈ, ਇਹ ਸਾਡਾ ਵਿਸ਼ਾ ਨਹੀਂ, ਕਿਸੇ ਹੋਰ ਦਾ ਵਿਸ਼ਾ। ਜਿਨ੍ਹਾਂ ਦਾ ਵਿਸ਼ਾ ਉਹਨਾਂ ਦੀ ਮਰਜ਼ੀ, ਨਾ ਅਸੀਂ ਰੋਕ ਸਕਦੇ ਨਾ ਹਟਾ ਸਕਦੇ। ਕੋਈ ਖਾਲਿਸਤਾਨ ਦੀ ਮੰਗ ਕਰਦਾ ਉਹਦਾ ਅਧਿਕਾਰ ਹੈ, ਕਰੇ, ਜੀ ਸਦਕੇ ਕਰ ਲੈ ਉਹ ਕਰ। ਸਾਡਾ ਇਹ ਮੰਗ ਨਹੀਂ ਹੈ। ਅਸੀਂ ਨਾ ਉਹਨਾਂ ਨੂੰ ਇਹ ਕਹਿੰਦੇ ਵੀ ਤੁਸੀਂ ਕਿਉਂ ਕਰਦੇ ਹੋ, ਕਿਉਂਕਿ ਤੁਹਾਡੇ ਤੋਂ ਵੀ ਕਹਿ ਸਕਦਾ, ਤੁਸੀਂ ਇਕੱਠੇ ਹੋ ਕੇ ਕਹਿ ਸਕਦੇ ਹੋ ਵੀ ਜੱਟ ਸਿੱਖਾਂ ਦੀ ਰਿਜ਼ਰਵੇਸ਼ਨ ਕਰੋ। ਕੋਈ ਗੱਲ ਉੱਠ ਸਕਦੀ ਹੈ, ਕਰ ਲਿਓ, ਕੋਈ ਤੁਹਾਡੀ ਮਰਜ਼ੀ। ਉਸ ਗੱਲ ਤੇ ਅਸੀਂ ਸਹਿਮਤ ਹੋਈਏ, ਇਹ ਪਾਬੰਦ ਨਹੀਂ। ਕੋਈ ਖਾਲਿਸਤਾਨ ਦੀ ਮੰਗ ਕਰਦਾ ਇਹ ਕਹਿ ਕੇ ਵੀ ਕਾਨੂੰਨਾਂ ਵਾਲੀ ਗੱਲ ਕਰੀ ਜਾਂਦੇ ਯਾਰ ਤੁਸੀਂ। ਕਾਨੂੰਨ ਤਾਂ ਇੱਕ ਛੋਟੀ ਗੱਲ ਹੈ, ਵੱਡੀ ਗੱਲ ਤਾਂ ਹੈ ਵੀ ਪੰਜਾਬ ਦੀ ਹੋਣ ਦਾ ਸਵਾਲ ਹੈ। ਠੀਕ ਹੈ, ਤੁਹਾਡੇ ਵਾਸਤੇ ਹੋਣ ਦਾ ਸਵਾਲ ਹੋਊਗਾ, ਸਾਡੇ ਵਾਸਤੇ ਤਾਂ ਰੋਟੀ ਦਾ ਸਵਾਲ ਅੱਜ ਖੜਾ ਭਾਈ। ਅਸੀਂ ਤਾਂ ਅੱਜ ਰੋਟੀ ਵਾਸਤੇ ਅਸੀਂ ਕਦੋਂ ਰੋਕਿਆ ਵੀ ਤੁਸੀਂ ਅੱਡ ਖਾਲਿਸਤਾਨ ਨਾ ਬਣਾਓ? ਜਿਹਦੀ ਤੁਹਾਡੇ ਦੇ ਵਿੱਚੋਂ ਵੀ ਜਿੰਨਿਆਂ ਦੀ ਇੱਛਾ ਹੈ ਆਹ ਕਾਨੂੰਨ ਵਾਪਸ ਕਰਾ ਲਓ, ਫਿਰ ਤੁਸੀਂ ਬਾਈ ਖਾਲਿਸਤਾਨ ਕਰਾ ਲਿਓ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਅਸੀਂ ਤਾਂ ਨਾ ਕਿਸੇ ਨੂੰ ਕਹੀਏ ਖਾਲਿਸਤਾਨ ਕਰਾਉਣ ਵਾਲੇ ਉਹ ਕਰਵਾ ਲੈਣਾ। ਪਰ ਗੱਲ ਇਹ ਹੈ ਵੀ ਗੱਲ ਦਾ ਲੰਮਾ ਚੌੜਾ ਵਿਆਖਿਆ ਕਰਕੇ ਇਹ ਗੱਲ ਕਿਉਂ ਕਿ ਜੇ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਆ ਤਾਂ ਤੁਸੀਂ ਖਾਲਿਸਤਾਨ ਦੀ ਮੰਗ ਕਿਉਂ ਨਹੀਂ ਕਰਦੇ? ਤੁਸੀਂ ਖੇਤੀ ਵਾਲੇ ਕਾਨੂੰਨਾਂ ਦੀ ਗੱਲ ਛੱਡ ਕੇ ਸਾਡੇ ਗੱਲ ਤੇ ਕਾਹਤੋਂ ਇਹ ਮੂੰਹ 'ਚ ਕਿਉਂ ਪਾਉਣੇ ਬਾਈ ਸਾਡੇ? ਇਹ ਕੌਣ ਬਰਦਾਸ਼ਤ ਕਰੂਗਾ? ਜੇ ਮੈਂ ਕਹਾਂ ਯਾਰ ਮੈਨੂੰ ਤਾਂ ਅਮਰੂਦ ਸਵਾਦ ਲੱਗਦਾ, ਤੁਸੀਂ ਕਹੋ ਵੀ ਸਾਨੂੰ ਸੇਬ ਸਵਾਦ ਲੱਗਦਾ, ਤੇ ਮੈਂ ਕਹਾਂ ਵੀ ਨਹੀਂ ਯਾਰ ਤੂੰ ਪਹਿਲਾਂ ਮੇਰੇ ਵਾਲਾ ਅਮਰੂਦ ਖਾ ਕੇ ਦੇ। ਤੁਸੀਂ ਭਲਾ ਤੁਸੀਂ ਕੀ ਪਸੰਦ ਹੋ ਵੀ ਜਿਹੜੀ ਚੀਜ਼ ਮੇਰੇ ਪਸੰਦ ਆ ਉਹ ਤੁਹਾਡੇ ਪਸੰਦ ਹੋ? 2 ਭਰਾਵਾਂ ਦੀ ਪਸੰਦ ਨਹੀਂ ਹੁੰਦੀ। ਇਸ ਕਰਕੇ ਸਾਡੀ ਵਿਚਾਰਧਾਰਾ ਵਖਰੇਵਾਂ ਕਿਸੇ ਨਾਲ ਹੋਣਾ ਅਸੀਂ ਇਹ ਸਮਝਦੇ ਹਾਂ, ਸਾਡੀ ਸਟੇਜ ਤੋਂ ਸਮਝਦੇ ਹਾਂ ਤੇ ਸਪਸ਼ਟ ਕਹਿੰਦੇ ਹਾਂ ਵੀ ਇੱਥੇ 2 ਵਿਚਾਰ ਚੱਲੇ ਨੇ ਜਿਹਦੇ ਨਾਲ ਕਿਸਾਨ ਅੰਦੋਲਨ ਚੱਲ ਰਿਹਾ। ਇੱਕ ਵਿਚਾਰ ਦੀਪ ਸਿੱਧੂ ਵਾਲਾ ਵਿਚਾਰ ਜਿਹੜਾ ਕਹਿੰਦਾ ਸੀ ਵੀ ਹੋਣ ਦਾ ਸਵਾਲ, ਜਿਹਦੀ ਸਟੇਜ ਵੀ ਵੱਖਰੀ, ਜਿਹਦੇ ਐਕਸ਼ਨ ਵੀ ਵੱਖਰੇ ਰਹੇ ਨੇ, ਹੁਣ ਤੱਕ ਵੀ ਰਹੇ ਨੇ ਬਾਈ। ਜਦੋਂ ਆਪਾਂ ਉੱਥੋਂ ਚੱਲੇ ਹਾਂ ਜਥੇਬੰਦੀਆਂ ਦਾ ਵਿਚਾਰ ਸੀ ਵੀ ਇੱਕ ਦਿਨ ਆਪਾਂ ਜਾ ਕੇ ਉੱਥੇ ਰੁਕਾਂਗੇ, ਜਿੱਥੇ ਰੁਕਣਗੇ ਉਦੋਂ ਬਾਅਦ ਫੈਸਲਾ ਕਰਾਂਗੇ। ਉਹਨਾਂ ਦਾ ਵਿਚਾਰ ਸੀ ਵੀ ਨਹੀਂ ਅਸੀਂ ਤੋੜ ਕੇ ਆਵਾਂਗੇ, ਉਹ ਨਾ ਕੇ ਤੋੜ ਕੇ ਆ ਗਏ। ਜਿਹੜੇ ਕਹਿੰਦੇ ਨੇ ਸੁਣਦਾ ਟੋਜਨ ਪਾ ਕੇ ਦਿੱਲੀ ਲਿਆਂਦਾ, ਚਲੋ ਆ ਗਏ ਹੁਣ ਟੋਜਨ ਪਾ ਕੇ ਉਹਨਾਂ ਦੇ ਮਗਰ ਦਿੱਲੀ। ਹੁਣ ਆਪਾਂ ਕੋਈ ਟੋਜਨ ਪਾ ਕੇ ਆਏ, ਆਪਾਂ ਤਾਂ ਦੂਜੇ ਦਿਨ ਆਇਆ, ਗਾਲਾਂ ਖਾਧੀਆਂ ਨੇ, ਲੋਕਾਂ ਦੀਆਂ ਗਾਲਾਂ ਖਾਧੀਆਂ ਨੇ, ਸਾਨੂੰ ਗਾਲਾਂ ਦਿੱਤੀਆਂ ਨੇ, ਤੁਸੀਂ ਗਦਾਰ ਹੋ, ਤੁਸੀਂ ਡਰਪੋਕ ਹੋ, ਤੁਸੀਂ ਇੱਥੇ ਬਹਿ ਗਏ, ਤੁਸੀਂ ਕਿਉਂ ਬਹਿ ਗਏ? ਨਾਕਾ ਤਾਂ ਖਨੌਰੀ ਵਾਲਾ ਵੀ ਤੋੜਤਾ ਸੀ, ਆਪਾਂ ਨਹੀਂ ਆਏ। ਆਪਾਂ ਤਾਂ ਜਥੇਬੰਦੀਆਂ ਦੇ ਹੁਕਮ ਮੁਤਾਬਕ ਲਿਖੇ ਪ੍ਰੋਗਰਾਮ ਮੁਤਾਬਕ ਆਏ। ਜਿੱਦਣ ਇੱਥੇ ਖਨੌਰੀ ਦਾ ਨਾਕਾ ਤੋੜਿਆ ਆਪਣੇ ਬੰਦਿਆਂ ਨੇ, ਉਹਦੇ ਮੈਨੂੰ ਕੁਲਵੰਤ ਸੰਧੂ ਦਾ ਫੋਨ ਆਇਆ, ਕਹਿੰਦਾ ਤੁਸੀਂ ਕਰਤੀ ਨਾ ਉਹੀ ਕਰਤੂਤ ਜਿਹੜੀ ਤੁਸੀਂ ਕਰਦੇ ਹੁੰਦੇ ਹੋ। ਮੈਂ ਕਿਹਾ ਵੀ ਕਿਹੜੀ ਕਰਤੂਤ ਬਾਈ? ਕਹਿੰਦਾ ਤੁਸੀਂ ਨਾਕਾ ਤੋੜਦਾ।
मैं क्या भी ਅਸੀਂ ਤਾਂ ਬੈਠੇ ਹਾਂ, ਸਾਡਾ ਸਟੇਜ ਲੱਗੀ ਹੋਈ ਹੈ, ਪਿਛਲੇ ਪਾਸੇ ਸੱਚਮੁੱਚ ਉਹਨਾਂ ਨੇ ਨਾਕਾ ਸੁੱਟਤਾ। ਉਹ ਸਾਡਾ ਤਾਂ ਪ੍ਰੋਗਰਾਮ ਨਹੀਂ ਸੀ। ਸਾਨੂੰ ਤਾਂ ਨਹੀਂ ਟੋਚਨ ਪਾ ਕੇ ਲਿਆਏ ਬਾਈ ਤੁਸੀਂ, ਸਿੰਭੂ ਵਾਲਾ ਨੂੰ ਲੈ ਕੇ ਹੋਗੇ, ਦੂਜਿਆਂ ਨੂੰ ਲੈ ਕੇ। ਉਹ ਟੋਚਨ ਪਾ ਕੇ ਦਿੱਲੀ ਗਏ, ਉਹਨਾਂ ਦਾ ਪ੍ਰੋਗਰਾਮ ਉਹਦਾ ਆਪਦਾ ਸੀ। ਉਹ ਜੋ ਕਾਮਯਾਬ ਹੋ ਗਏ, ਫਿਰ 26 ਵਾਲੇ ਦਿਨ ਵੀ ਉਹਨਾਂ ਨੇ ਬਾਈ ਆਪਦਾ ਪ੍ਰੋਗਰਾਮ ਕੀਤਾ। ਜਥੇਬੰਦੀਆਂ ਦਾ ਪ੍ਰੋਗਰਾਮ ਰੂਟ ਹੋ ਰਿਹਾ, ਉਹਨਾਂ ਦਾ ਲਾਲ ਕਿਲੇ, ਉਹਨਾਂ ਨੇ ਲਾਲ ਕਿਲੇ ਵਾਲੇ ਬਾਕੀ ਜਿਹੜੀ ਲਾਲ ਕਿਲੇ ਅੰਦੋਲਨ ਨੇ ਬਣਾ ਕੇ ਦਿੱਤਾ ਬੈਠੇ, ਅੰਦੋਲਨ ਦੇ ਸੱਟ ਪੈ ਗਈ, ਅੰਦੋਲਨ ਦੀ ਮਾਰ ਤੇ ਆ ਬੈਠੇ। ਫੇਰ ਦੁਬਾਰੇ ਜਾਟ ਵੀ ਮੁੜ ਗਏ, ਯੂਪੀ ਵਾਲੇ ਵੀ ਮੁੜ ਗਏ। ਸੁਣਿਆ ਤੁਸੀਂ ਇੱਥੇ ਕਿਹੜਾ ਸ਼ਿਕਾਰਾ ਸੀ ਕਿ ਆਪਣਾ ਜਗਤਾਰ ਨੂੰ ਇੱਕ ਕਹਿੰਦਾ ਮੈਂ ਹਰਿਆਣੇ ਵਾਲਾ ਸਾਥੀ ਕਹਿੰਦਾ ਕਰਤੀ ਨਾ ਉਹੀ ਕਰਤੂਤ ਜਿਹੜੀ ਤੁਸੀਂ ਸਾਨੂੰ ਕਰਨ ਆਏ ਸੀ। ਤੁਹਾਡਾ ਕੰਮ ਇਹ ਨਹੀਂ ਸੀ ਵੀ ਤੁਸੀਂ ਖਾਲਸਾ ਨਹੀਂ ਕਰਨਾ, ਝੰਡਾ ਚਾੜਨ ਵਾਸਤੇ ਆਏ ਸੀ। ਤੁਹਾਡਾ ਇੰਨੀ ਕੰਮ ਸੀ ਜਾਨੀ ਇੱਕ ਦਿਨ ਜਿਹੜੇ ਹਰਿਆਣੇ ਵਾਲੇ ਤੇ ਯੂਪੀ ਵਾਲੇ ਕਿਸਾਨ ਸੀ ਉਹਨਾਂ ਤੇ ਅਸਰ ਪੈ ਗਿਆ ਵੀ ਯਾਰ ਤਾਂ ਆਪਦਾ ਕੰਮ ਕਰਨਾ ਹੈ ਸੀ, ਕਾਨੂੰਨਾਂ ਕਰਨਾ ਨਹੀਂ ਦਾ ਕੋਈ ਦਾਅਵਾ ਜਾਨੀ ਉਹ ਨੁਕਸਾਨ ਤੋਂ ਸੰਭਲਿਆ। ਹੁਣ ਸੰਭਲ ਕੇ ਆਪਾਂ ਅੰਦੋਲਨ ਦਾ ਮੁੜ ਕੇ ਉਹ ਹਰਿਆਣੇ ਵਾਲੇ ਵੀ ਮੁੜੇ, ਯੂਪੀ ਵਾਲੇ ਵੀ ਮੁੜੇ, ਅੰਦੋਲਨ ਨੂੰ ਨਾ ਰੀਹਾਂ ਲਿਆ। ਹੁਣ ਵੀ ਅੱਗੇ ਖਤਰਾ ਖੜਾ ਹੈ ਕਿਉਂਕਿ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਗਿਆ, ਸਾਰੀਆਂ ਪੋਲੀਟੀਕਲ ਪਾਰਟੀਆਂ ਤੁਹਾਡੇ ਅੰਦੋਲਨ ਤੋਂ ਔਖੀਆਂ। ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਤਾਕਤ ਨੇ ਕਿ ਇਸ ਅੰਦੋਲਨ ਨੂੰ ਕਦੋਂ ਫੇਲ ਕਰ ਜੇ, ਕਦੋਂ ਦੋ। ਇਸ ਕਰਕੇ ਇਹ ਚੌਕਸੀ ਰੱਖਣ ਦੀ ਬਹੁਤ ਲੋੜ ਹੈ ਬਈ। ਸਾਡਾ ਕਿਸੇ ਨਾਲ ਦੇਖੋ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ, ਮੈਨੂੰ ਨਹੀਂ ਲੱਗਦਾ ਵੀ ਮੈਂ ਅਜੀਤ ਸਿੱਧੂ ਨਾਲ ਕਦੇ ਮਿਲਿਆ ਹੁੰਦਾ। ਮੈਂ ਉਹਦਾ ਮੂੰਹ ਜੇ ਦੇਖਿਆ ਤਾਂ ਸੋਸ਼ਲ ਮੀਡੀਆ ਤੇ ਜੇ ਅੱਜ ਤੱਕ ਮੇਰੀ ਉਹਦੇ ਨਾਲ ਕੋਈ ਗੱਲ ਨਹੀਂ। ਮੇਰਾ ਬੱਕਰੇ ਮੰਗਦਾ ਲੈਣਾ ਵਾਲੇ ਕਿਸੇ ਨਾਲ ਵੀ ਹੋ ਸਕਦੇ ਨੇ। ਲੈਣਾ ਦੇ ਰੌਲੇ ਸਾਡੇ ਟਰੰਪ ਨਾਲ ਨੇ, ਲੈਣਾ ਦੇ ਰੌਲੇ ਸਾਡੇ ਵਿਸ਼ਵ ਸਾਡੇ ਨੀਤੀਆਂ ਨਾਲ, ਲੈਣਾ ਦੇ ਰੌਲੇ ਸਾਡੇ ਦੂਜੇ ਸਾਮਰਾਜੀ ਮੁਲਕਾਂ ਨਾਲ, ਲੈਣਾ ਦੇ ਰੌਲੇ ਸਾਡੇ ਆਪਣੀ ਜਥੇਬੰਦੀਆਂ ਨਾਲ, ਲੈਣਾ ਰੌਲੇ ਸਾਡੇ ਰਾਜਿਆਂ ਨਾਲ ਵੀ, ਲੈਣਾ ਦੇ ਰੌਲੇ ਸਾਡੇ ਲਖੋਆ ਨਾਲ ਵੀ, ਜਿਹੜੀਆਂ ਹੋ ਲੈਣਾ ਦੇ ਰੌਲੇ ਤਾਂ ਸਾਂਝ ਸਾਡੀ ਕਾਨੂੰਨਾਂ ਤੇ ਸਾਂਝੀ ਲੜਾਈ ਦੀ ਹੈ। ਇੰਨੀ ਕੀ ਸਾਂਝ ਹੈ ਸਾਡੀ ਵੀ ਅਸੀਂ ਕਾਨੂੰਨਾਂ ਦੇ ਇਕੱਠੇ ਲੜਦੇ। ਜਦੋਂ ਕਾਨੂੰਨਾਂ ਦਾ ਮਸਲਾ ਮਿਲ ਗਿਆ ਉਹਨਾਂ ਦੀ ਜਥੇਬੰਦੀ ਆਉਂਦੀ, ਇਹਨਾਂ ਦੀ ਜਥੇਬੰਦੀ ਉਹਨਾਂ ਨੇ ਇੱਕ ਆ ਸਾਡੀ ਇਹਨਾਂ ਨਾਲ ਬਖਰੇਮ ਹੈ। ਦਿੱਲੀ ਵਾਲੀ ਘਟਨਾ ਜਿਹੜੀ ਕੀਤੀ ਉਹਨਾਂ ਨਾਲ ਸਾਡਾ ਬਖਰੇਮ, ਇੱਕ ਉਹਨਾਂ ਨਾਲ ਸਾਂਝ ਵੀ ਆ ਬਾਈ। ਫਰਜ਼ ਕਰ ਲਓ ਉਹਨਾਂ ਦੇ ਕੇਸ ਪੈ ਗਿਆ, ਉਹਨਾਂ ਨੇ ਹੁਣ ਪਾਏ ਨੇ ਦੇਸ਼ ਧਰੋਹੀ ਦਾ ਮੁਕੱਦਮਾ ਪਾਇਆ। ਜਿਹੜੀ ਉਹਨਾਂ ਨੇ ਘਟਨਾ ਕੀਤੀ ਹੈ, ਜਿਹੜਾ ਉਹਨਾਂ ਨੇ ਉਹ ਲਾਲ ਕਿਲੇ ਦੇ ਝੰਡਾ ਚਾੜਿਆ, ਲੀਗਲੀ ਵਕੀਲ ਕਹਿੰਦੇ ਨੇ ਵੀ ਉਹ ਕੋਈ ਦੇਸ਼ ਧਰੋਹੀ ਵਾਲਾ ਮਸਲਾ ਬਣਦਾ ਹੀ। ਚਲੋ ਉਹਨਾਂ ਨੇ ਝੰਡਾ ਚਾੜਿਆ, ਉਹਨਾਂ ਦੀ ਆਪਦੀ ਸਮਝ ਹੈ। ਅਸੀਂ ਝੰਡਾ ਚਾੜਨਾ ਜਾਂ ਲਾਲ ਕਿਲੇ 'ਚ ਜਾਣਾ, ਜਥੇਬੰਦੀ ਨੇ ਉਲੰਘਣਾ ਕਰਕੇ ਆਪਣੀ ਮਰਜ਼ੀ ਨਾਲ ਕੀਤਾ, ਉਹਨਾਂ ਨੇ ਆਪਦਾ ਫੈਸਲਾ ਉਹਨਾਂ ਦਾ। ਪਰ ਉਹਨਾਂ ਦੇ ਦੇਸ਼ ਧਰੋਹੀ ਦੇ ਜੇ ਮੁਕੱਦਮੇ ਕਰਕੇ ਉਹਨਾਂ ਦੇ ਜਬਰ ਢਾਉਂਦੇ ਨੇ ਬਾਈ। ਉੱਥੇ ਉਹ ਸਾਡੇ ਨਾਲ ਬੋਲਣ ਨਾ ਬੋਲਣ, ਅਸੀਂ ਉਹਨਾਂ ਦੀ ਵਿਰੋਧ ਪੱਖ ਕਰਾਂਗੇ। ਅਸੀਂ ਕਹਾਂਗੇ ਤੁਹਾਡਾ ਗੱਲ, ਅਸੀਂ ਕਹਾਂਗੇ ਐ ਨਹੀਂ ਕਰਨਾ ਚਾਹੀਦਾ। ਸਾਡੇ ਨਾਲ ਕੋਈ ਬੋਲੇ ਨਾ ਬੋਲੇ, ਸਾਡਾ ਕੋਈ ਦੋਸਤ ਹੋਵੇ, ਕੋਈ ਮਿੱਤਰ ਹੋਵੇ, ਜਦੋਂ ਕਿਸੇ ਦੇ ਜ਼ਬਰ ਆ, ਜੇ ਦੁਸ਼ਮਣ ਤੇ ਵੀ ਜ਼ਬਰ ਹੁੰਦਾ ਅਸੀਂ ਉਹਦੇ ਨਾਲ ਖੜਾਂਗੇ ਬਾਈ। ਅੱਜ ਵੀ ਖੜੇ ਆ, ਕੱਲ ਨੂੰ। ਪਰ ਜੇ ਸਾਨੂੰ ਕੋਈ ਐ ਕਹੇ ਵੀ ਕੁੱਤਿਓ ਸਾਡੇ ਮਗਰ ਕਿਉਂ ਨਹੀਂ ਆਉਂਦੇ, ਗਾਲਾਂ ਦੇ ਕੇ ਕਹੇ, ਛੋਟੀਆਂ ਗਾਲਾਂ ਤੋਂ ਡਰਦੇ ਅਸੀਂ ਕਦੇ ਮਗਰ ਨਹੀਂ ਬਾਈ। ਅਸੀਂ ਤਾਂ ਆਪਣੀਆਂ ਨੀਤੀਆਂ ਪਾਲਿਸੀਆਂ ਲਾਗੂ ਕਰਨ ਤੋਂ ਕਦੇ ਗਰੇਜ ਨਹੀਂ ਕਰਦੇ। ਸਾਡਾ ਇਤਿਹਾਸ ਹੈ, ਤੁਹਾਡੇ 'ਚ ਬੈਠੇ ਹੋਣੇ ਬਹੁਤ ਸਾਰੇ। ਅਸੀਂ ਉਹਨਾਂ ਲੋਕਾਂ ਦੀ ਮਦਦ ਕੀਤੀ ਹੈ ਜਿਹੜੇ ਲੋਕ ਸਾਨੂੰ ਗਾਲਾਂ ਕੱਢਦੇ। ਜਦੋਂ ਉਹਨਾਂ ਦੇ ਵਕਤ ਪਿਆ ਅਸੀਂ ਉਹਨਾਂ ਦੇ ਨਾਲ ਖੜੇ ਆ। ਜੇ ਜਲੂਰ ਵਾਲਾ ਮਸਲਾ ਦੇਖਣਾ ਹੋਵੇ, ਜਦੋਂ ਮਜ਼ਦੂਰਾਂ ਦੇ ਉੱਤੇ ਅਤਿਆਚਾਰ ਹੋਇਆ ਜਲੂਰ ਦੇ ਵਿੱਚ, ਅਸੀਂ ਉਹਨਾਂ ਮਜ਼ਦੂਰਾਂ ਦੇ ਨਾਲ ਖੜਿਆ, ਅਸੀਂ ਮਜ਼ਲੂਮਾਂ ਦੇ ਨਾਲ ਖੜਿਆ, ਗਰੀਬਾਂ ਦੇ ਨਾਲ ਖੜਿਆ। ਕਿਉਂਕਿ ਸਾਡੇ ਬਾਬੇ ਨੇ ਕਿਹਾ ਕਿ ਨੀਚਾ ਅੰਦਰ ਨੀਚਾ ਹੁਆ ਤੀਜ, ਨਾਨਕ ਤਨ ਸੰਗ ਵੱਡਿਆਂ ਕੀ ਕਹਿੰਦੇ। ਅਸੀਂ ਤਾਂ ਉਹਨਾਂ ਲੋਕਾਂ ਨਾਲ ਖੜਦੇ ਹਾਂ, ਚਾਹੇ ਉਹ ਮੂਣੇ ਨੇ। ਜੇ ਗਲਤੀ ਹੈ ਤਾਂ ਗਲਤੀ ਦਾ ਤਰੀਕਾ ਇਹ ਨਹੀਂ ਵੀ ਤੁਸੀਂ ਕੁੱਟ ਮਾਰਦੇ ਹੋ। ਜੇ ਦੀਪ ਸਿੱਧੂ ਨੇ ਵੀ ਗਲਤੀ ਕੀਤੀ ਦਾ ਮਤਲਬ ਇਹ ਵੀ ਤੁਸੀਂ ਜੋ ਮਰਜ਼ੀ ਜ਼ਬਰ ਕਰੋ। ਇਹ ਬਿਲਕੁਲ ਦੀਪ ਸਿੱਧੂ ਦੇ ਨਾਲ ਅਸੀਂ ਮਦਦ ਕਰਕੇ ਉਹਦਾ ਰੋਜ਼ਾਨਾ ਨਹੀਂ ਮੰਗਣਾ ਚਾਹੁੰਦੇ। ਉਹਦੇ ਜ਼ਬਰ ਦਾ ਵਿਰੋਧ ਕਰਨਾ, ਹਾਕਮਾਂ ਨੇ ਜ਼ਬਰ ਦਾ ਵਿਰੋਧ ਕਰਨਾ, ਇਹ ਜ਼ਬਰ ਦਾ ਵਿਰੋਧ ਕਰਨਾ, ਜ਼ਬਰ ਦਾ ਰਾਹ ਬੰਦ ਕਰਨਾ। ਇਹਦਾ ਮਤਲਬ ਇਹ ਨਹੀਂ ਕਿ ਜ਼ਬਰ ਅੱਜ ਦੀਪ ਸਿੱਧੂ ਤੇ ਹੋ ਰਿਹਾ ਅਸੀਂ ਚੁੱਪ ਕਰੀਏ, ਜੇ ਕੱਲ ਨੂੰ ਸਾਡੇ ਕਿਸੇ ਹੋਰ ਤੇ ਜ਼ਬਰ ਹੁੰਦਾ ਉਦੋਂ ਅਸੀਂ ਬੋਲੀਏ। ਇਹ ਸਾਡਾ ਮਤਲਬ ਨਹੀਂ। ਜੇ ਜ਼ਬਰ ਹੁੰਦਾ ਕਿਸੇ ਦੇ ਵੀ ਹੁੰਦਾ ਉੱਥੇ ਅਸੀਂ ਬਾਈ ਬੋਲਦੇ।
ਉਹ ਵਿਰੋਧ ਕਰਦੇ ਰਹਿਣ, ਉਹਨਾਂ ਦੀ ਆਪਣੀ ਨੀਤੀ ਹੈ, ਉਹ ਵਿਰੋਧ ਕਰਦੇ ਰਹਿਣ, ਉਹਨਾਂ ਦਾ ਅੱਡ ਇਸ਼ੂ ਹੈ, ਉਹਨਾਂ ਦੇ ਏਜੰਡੇ ਅੱਡ ਨੇ, ਉਹ ਆਪਣੇ ਏਜੰਡਿਆਂ ਤੇ ਲੜਨ। ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ। ਕੋਈ ਖਾਲਸਾ ਜਿਹੜੇ ਬੱਧਤ ਕਰਨ ਵਾਸਤੇ ਅਨੰਦਪੁਰ ਦੇ ਮਤੇ ਵਾਸਤੇ ਲੜੇ, ਸਾਨੂੰ ਕੋਈ ਅਧਿਕਾਰ ਨਹੀਂ, ਉਹਨਾਂ ਦਾ ਹੱਕ ਹੈ, ਕੋਈ ਵੀ ਹੱਕ ਹੈ, ਲੜ ਸਕਦਾ ਹੈ। ਜਿਹੜਾ ਕੋਈ ਕਾਨੂੰਨਾਂ ਦੀ ਗੱਲ ਕਰਦਾ, ਕਾਨੂੰਨਾਂ ਦੇ ਦਾਇਰੇ 'ਚ ਲੈ ਕੇ ਗੱਲ ਕਰਦਾ ਹੈ, ਉਹ ਸਾਡੇ ਨਾਲ ਆ ਕੇ ਖੜੇ ਤੇ ਲੜੇ, ਅਸੀਂ ਬੰਦ ਕਰਾਂਗੇ। ਪਰ ਇਹ ਨਹੀਂ ਵੀ ਇਹ ਚੋਰ ਮੋਰੀ ਦੀ ਵਿੱਚ ਦੀ ਆ ਕੇ ਦੂਜੇ ਏਜੰਡੇ ਭੜਕਾਉਣ ਦੀ ਕੋਸ਼ਿਸ਼ ਕਰੇ, ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ। ਸਾਡੇ ਅੰਦੋਲਨ ਨੂੰ ਫੁੱਟ ਪਾਵੇ, ਖਰਾਬ ਕਰੇ, ਕੋਈ ਇਹ ਬਰਦਾਸ਼ਤ ਨਹੀਂ ਹੋਊਗੀ। ਸਾਡੇ ਨਾਲ ਲੜੇ ਮਿਲੇ, ਕੁਝ ਗਾਲਾਂ ਕੱਢੇ, ਝੱਲਾਂਗੇ, ਇਹ ਬਰਦਾਸ਼ਤ ਨਹੀਂ ਕੀਤੀ ਜਾਣੀ ਪਈ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਇਸ ਪੰਜਾਬ ਦੀ ਧਰਤੀ ਨੂੰ ਨੁਕਸਾਨ ਕੋਈ 2-4 ਬੰਦੇ ਪਹੁੰਚਾਉਣ। ਅਸੀਂ ਨਹੀਂ ਚਾਹੁੰਦੇ ਕੋਈ ਨੀਤੀ ਪਾਲਿਸੀ ਆਪਣੀ ਸਾਡੇ ਗਾਲਾਂ ਦੇ ਮੜੇ। ਅਸੀਂ ਨਹੀਂ ਚਾਹੁੰਦੇ ਇਸ ਲਹਿਰ ਦੀ ਦਿਸ਼ਾ ਕੋਈ ਬਦਲਣ ਦੀ ਖਾਤਰ ਕੋਈ ਹੋਰ ਪੈਂਤੜਾ ਲੈ ਕੇ ਆਵੇ, ਸੇਵਾਦਾਰ ਬਣ ਕੇ ਆਵੇ। ਠੀਕ ਹੈ ਜੀ, ਸਦਕੇ ਜਿਹੜਾ ਕੋਈ ਹਿੰਦੂ ਹੈ ਹਿੰਦੂ ਧਰਮ ਮੰਨੇ, ਜਿਹੜਾ ਕੋਈ ਸਿੱਖ ਹੈ ਸਿੱਖ ਧਰਮ ਮੰਨੇ, ਜਿਹੜਾ ਕੋਈ ਈਸਾਈ ਹੈ ਈਸਾਈ ਧਰਮ ਮੰਨੇ, ਮੁਸਲਮਾਨ ਆਪਦੇ ਧਰਮ ਨੂੰ ਮੰਨਣ, ਆਜ਼ਾਦੀ ਹੈ ਸਾਰਿਆਂ ਨੂੰ। ਅਸੀਂ ਨਹੀਂ ਕਿਸੇ ਨੂੰ ਰੋਕਦੇ। ਕੋਈ ਅੰਮ੍ਰਿਤਧਾਰੀ ਹੈ, ਕੋਈ ਅੰਮ੍ਰਿਤਧਾਰੀ ਨਹੀਂ ਹੈ, ਸਾਡਾ ਇਸ ਗੱਲ ਤੇ ਕੋਈ ਇਤਰਾਜ਼ ਨਹੀਂ। ਇਸ ਕਰਕੇ ਸਾਡਾ ਇਸ ਗੱਲ ਤੇ ਇਤਰਾਜ਼ ਹੈ ਕਿ ਅੰਦੋਲਨ ਦੇ ਵਿੱਚ, ਚੱਲਦੇ ਅੰਦੋਲਨ 'ਚ ਜਿਹੜੇ ਲੋਕ ਅੰਦੋਲਨ ਦਾ ਪੱਖ ਲੈ ਰਹੇ ਨੇ, ਕਾਨੂੰਨਾਂ ਦੇ ਖਿਲਾਫ ਲੜਾਈ ਲੜਨ। ਪੰਜਾਬ ਦੀ ਰੋਟੀ ਦਾ ਸਵਾਲ ਹੈ, ਸਾਡੇ ਬੱਚਿਆਂ ਦੀ ਰੋਜੀ ਦਾ ਸਵਾਲ ਹੈ, ਸਾਡੀ ਹੋਂਦ ਦਾ ਸਵਾਲ ਹੈ ਭਾਈ, ਸਾਡੇ ਸਿੱਖ ਇਹ ਖੇਤੀਬਾੜੀ ਐਗਰੀਕਲਚਰ ਨੂੰ ਬਚਾਉਣ ਦਾ ਸਵਾਲ ਹੈ, ਇਹ ਸਾਡੀ ਵਿਰਾਸਤ ਦਾ ਸਵਾਲ ਹੈ। ਇਹ ਤੇ ਅਸੀਂ ਲੜ ਰਹੇ ਹਾਂ। ਜੇ ਕੋਈ ਸਹਿਯੋਗ ਕਰਦਾ ਕਰ ਦੇਵੇ, ਜੇ ਨਹੀਂ ਹੁੰਦਾ ਬੇਸ਼ੱਕ ਨਾ ਕਰੇ, ਸਾਡੇ ਵਿਰੋਧ ਨਾ ਬੋਲੇ, ਸਾਡਾ ਸਮਰਥਨ ਨਹੀਂ। ਅਸੀਂ ਵੀ ਇਹੀ ਕਹਿੰਦੇ ਹਾਂ ਵੀ ਠੀਕ ਹੈ, ਜਦ ਤੁਸੀਂ ਆਪਦੀ ਮਰਜ਼ੀ ਦੇਖੋ ਕਰੋ। ਜਾਂ ਰਾਜਨੀਤਿਕ ਪਾਰਟੀਆਂ ਨੇ ਆ ਹੁਣ ਮੇਰੇ ਖਿਆਲ 'ਚ 25-26 ਤਰੀਕ ਨੂੰ ਉਹਨਾਂ ਦਾ ਵੀ ਰੱਖਿਆ ਹੋਇਆ, ਆਪ ਵਾਲਾ ਵਿੱਚ ਇਕੱਠ ਰੱਖਿਆ ਹੈ, ਉਹ ਆਪ ਵਾਲੇ ਠੀਕ ਹੈ ਕਰਦੇ ਨੇ ਇਕੱਠ, ਉਹਨਾਂ ਨੂੰ ਅਧਿਕਾਰ ਹੀ ਹੈ। ਕੋਈ ਅਕਾਲੀ ਪਾਰਟੀ ਕੱਲ ਨੂੰ ਕਾਨੂੰਨਾਂ ਦੇ ਵਿਰੋਧ ਵੀ ਇਕੱਠ ਕਰ ਲੇ, ਉਹ ਕਰ ਲੈਣ, ਫਿਰ ਅਧਿਕਾਰ ਹੀ ਹੈ। ਲੋਕ ਆ ਜਾਣਗੇ, ਕਾਂਗਰਸ ਵਾਲੇ ਕਰ ਲੈਣ ਕਾਨੂੰਨਾਂ ਦਾ ਵਿਰੋਧ, ਉਹ ਆ ਜਾਣਗੇ ਲੋਕ, ਇਸ ਤੋਂ ਕੋਈ ਨਹੀਂ ਲੋਕ। ਪਰ ਸਾਡੇ ਅੰਦੋਲਨ ਦੇ ਵਿੱਚ ਜੇ ਮਦਦ ਨਹੀਂ ਕਰ ਸਕਦੇ ਤਾਂ ਬੇਨਤੀਆਂ ਨੇ, ਪਾੜਨ ਦੀ ਕੋਸ਼ਿਸ਼ ਬਾਈ ਨਾ। ਅਸੀਂ ਇਸ ਕਰਕੇ ਨਿਮਰਤਾ ਨਾਲ ਕਹਿੰਦੇ ਹਾਂ, ਸਾਡੀ ਲੈਣ ਦਾ ਸਵਾਲ ਹੈ, ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ। ਅਸੀਂ ਵਿਰੋਧ ਕਰਦੇ ਹਾਂ ਨੀਤੀ ਦਾ, ਸਾਡਾ ਹੈਗਾ ਪਾਲਿਸੀ ਦਾ ਵਿਰੋਧ, ਉਹ ਅਸੀਂ ਵਿਰੋਧ ਕਰਦੇ ਹਾਂ। ਇਸ ਕਰਕੇ ਭਰਾਵੋ, ਅੰਦੋਲਨ ਹੈ ਲੰਮਾ ਚੱਲ ਸਕਦਾ। ਪਹਿਲਾਂ ਵੀ ਤੁਹਾਨੂੰ ਕਿਹਾ ਸੀ, ਹੁਣ ਵੀ ਤੁਹਾਨੂੰ ਕਹਿੰਦਾ, ਅੰਦੋਲਨ ਨੇ ਉਦੋਂ ਖਤਮ ਹੋਣਾ ਹੈ ਜਦੋਂ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਚੱਲੂਗਾ। ਅੰਦੋਲਨ ਨਹੀਂ ਛੱਡਦੇ, ਇਹ ਕਾਨੂੰਨ ਰੱਦ ਹੋਣ ਤੱਕ ਹੀ ਨਹੀਂ ਚੱਲਦਾ। ਇਹ ਖੇਤੀ ਧੰਦੇ ਨੂੰ ਮੁਨਾਫਾ ਬਣਾਉਣ ਤੱਕ ਚੱਲੂਗਾ ਅੰਦੋਲਨ। ਇਹ ਖੇਤੀ ਕਿੱਤੇ ਤੇ ਲਾਗਤ ਖਰਚਾਂ ਨੂੰ ਘਟਾ ਕੇ ਇਹਨੂੰ ਮੁਨਾਫੇ ਵਾਲਾ ਧੰਦਾ ਬਣਾਉਣ ਦੀ ਖਾਤਰ ਇਹ ਅੰਦੋਲਨ ਨੇ ਚੱਲਣਾ ਹੈ। ਇਸ ਕਰਕੇ ਇਹ ਵੱਡੀ ਲੜਾਈ ਦੇ ਵਿੱਚ ਤੁਹਾਡੇ ਯੋਗਦਾਨ ਦੀ, ਤੁਹਾਡੀ ਸਮਰੱਥਾ ਦੀ ਤੇ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਤੁਹਾਨੂੰ ਗੱਲ ਸਮਝਣੀ ਚਾਹੀਦੀ ਹੈ ਵੀ ਗੱਲ ਕਿੱਥੇ ਜਾ ਰਹੀ ਹੈ, ਗੱਲ ਕਿੱਧਰ ਨੂੰ ਜਾ ਰਹੀ ਹੈ। ਜੇ ਤੁਸੀਂ ਲੰਮਾ ਅੰਦੋਲਨ ਲੜਿਆ ਤਾਂ ਸਰਕਾਰ ਦੀ ਧੌਣ ਤੇ ਵੀ ਇਹ ਸਮੱਸਿਆ ਉਵੇਂ ਖੜੀ ਹੈ, ਸਟੈਂਡ ਕਰਦੀ ਹੈ। ਤੁਸੀਂ ਗਰਮੀਆਂ ਸਰਦੀਆਂ ਕੱਟ ਲੀਆਂ, ਤੁਸੀਂ ਗਾਹਾਂ ਗਰਮੀਆਂ ਆਉਣੀਆਂ ਨੇ, ਬਰਸਾਤਾਂ ਵੀ ਕੱਟ ਲੀਆਂ, ਤੁਸੀਂ ਠੰਡਾਂ ਵੀ ਕੱਟ ਲੀਆਂ, ਤੁਹਾਡਾ 200 ਤੋਂ ਉੱਤੇ ਬੰਦਾ ਸ਼ਹੀਦ ਵੀ ਹੋ ਗਿਆ। ਇਹ ਸਾਰੇ ਦੁਖਾਂਤ ਤੁਸੀਂ ਹੰਢਾ ਲਏ, ਘਰਾਂ ਦੇ ਨੁਕਸਾਨ ਕਰ ਲਏ, ਵਿਆਹ ਛੱਡ ਲਏ, ਤੁਸੀਂ ਇਹ ਕੁਰਬਾਨੀਆਂ ਕੀਤੀਆਂ ਨੇ। ਇਹਨੂੰ ਕਸ਼ਟਾਂ ਨੂੰ ਹੋਰ ਕਰਨ ਵਾਸਤੇ ਤਿਆਰ। ਲੜਾਈ ਨੇੜੇ ਹੀ ਹੈ, ਜਿੱਤਣਾ ਵੀ ਨਹੀਂ, ਜਿੱਤੀ ਜਾਊਗੀ। ਆਪਾਂ ਹਾਰ ਨਹੀਂ ਮੰਨਦੇ। ਲੜਨ ਵਾਲੇ ਲੋਕ ਮੈਦਾਨ 'ਚ ਲੜਦੇ ਨੇ, ਹਾਰ ਨਹੀਂ ਹੁੰਦੀ। ਹਾਰ ਇਹ ਹੁੰਦੀ ਹੈ ਜਿਹੜੇ ਛੱਡ ਕੇ ਤੁਰ ਗਏ, ਜਿਨ੍ਹਾਂ ਨੇ ਕਹਿਤਾ ਵੀ ਇਦੋਂ ਬਾਅਦ ਨਹੀਂ ਲੜਿਆ, ਹਾਰ ਉਹਨੂੰ ਕਹਿੰਦੇ ਨੇ। ਜੇ ਲੜਦੇ ਲੋਕ ਤੁਰਦੇ ਨੇ, ਉਸ ਸੰਘਰਸ਼ ਨੂੰ ਜਾਰੀ ਰੱਖਦੇ ਨੇ, ਉਸ ਦਿਸ਼ਾ ਤਬਦੀਲ ਕਰਕੇ ਵੀ ਉਹ ਲੜ ਸਕਦੇ ਨੇ। ਇਸ ਕਰਕੇ ਇਸ ਗੱਲ ਦਾ ਇੱਕ ਸੰਕੇਤ ਹੈ ਵੀ ਇਸ ਲੜਾਈ ਦੇ ਵਿੱਚੋਂ ਜਿਹੜੇ ਤੁਸੀਂ ਪੰਡਾਲ 'ਚ ਬੈਠੇ ਹੋ, ਜਿੰਨੇ ਤੁਸੀਂ ਮੋਰਚੇ 'ਚ ਬੈਠੇ ਹੋ, ਤੁਹਾਡਾ ਰੌ ਤੇ ਇਰਾਦਾ ਨਿਰਾਸ਼ਤਾ ਵਾਲਾ ਨਹੀਂ ਜਾਣਾ ਚਾਹੀਦਾ। ਚੈਨਲ ਵਾਲੇ ਤੁਹਾਡੇ ਕੋਲ ਆਉਂਦੇ ਨੇ, ਪੁੱਛਦੇ ਨੇ ਬਈ ਇੰਨੇ ਦਿਨ ਬੈਠਿਆਂ ਨੂੰ ਹੋ ਗਏ ਬਾਈ, ਕੁਝ ਬਣਿਆ ਨਹੀਂ। ਤੁਸੀਂ ਕਿਉਂ ਬਣਿਆ ਕਿਉਂ ਨਹੀਂ ਬਾਈ? ਬਣ ਤਾਂ ਬਹੁਤ ਕੁਛ ਗਿਆ, ਬਣ ਤਾਂ ਦੂਜੇ ਦੇਸ਼ਾਂ 'ਚ ਗੱਲ ਚੱਲ ਪਈ, ਸਾਰੇ ਦੇਸ਼ਾਂ ਦੇ ਵਿੱਚ ਮੁਜ਼ਾਹਰੇ ਹੋ ਰਹੇ ਨੇ। ਇੱਕ ਪਾਰਲੀਮੈਂਟ ਦੇ ਵਿੱਚ ਮਤਾ ਹੀ ਪਾਤਾ, ਪਤਾ ਨਹੀਂ ਕਿਹੜੀ ਪਾਰਲੀਮੈਂਟ ਦਾ, ਇੱਕ ਵਿਧਾਨ ਸਭਾ ਦੇ ਵਿੱਚ ਮਤਾ ਹੀ ਪਾਤਾ ਵੀ ਜਿਹੜੇ ਕਿਸਾਨ ਬੈਠੇ ਨੇ ਅੰਦੋਲਨਕਾਰੀ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਮੋਦੀ ਹੁਕੂਮਤ ਨੂੰ। ਦੂਜੇ ਦੇਸ਼ਾਂ ਦੀ ਗੱਲ ਚੱਲ ਪਈ, ਮੁਜ਼ਾਹਰੇ ਚੱਲਦੇ ਨੇ, ਸਾਰੇ ਹਿੰਦੁਸਤਾਨ 'ਚ ਗੱਲ ਚੱਲ ਪਈ। ਯਾਨੀ ਉਹ ਗੱਲਾਂ ਚੱਲ ਪਈਆਂ ਜਿਨ੍ਹਾਂ ਦੀ ਕਦੇ ਆਸ ਹੀ ਨਹੀਂ ਸੀ। ਉਹ ਗੱਲਾਂ ਚੱਲ ਪਈਆਂ ਵੀ ਖੇਤੀ ਕਿੱਤੇ ਕਰਨ ਵਾਲੇ ਗਰੀਬ ਕਾਹਤੋਂ ਉਹਨਾਂ ਸਿਰ ਕਰਜ਼ਾਈ, 12 ਲੱਖ ਕਰੋੜ ਦਾ ਕਰਜ਼ਾ ਇਹਨਾਂ ਸਿਰ ਕਾਹਤੋਂ ਹੈ। ਅਡਾਨੀਆਂ ਅਵਾਨੀਆਂ ਕੋਲੇ ਪੈਸੇ ਕਿੱਥੋਂ ਆ ਗਏ? ਆ ਜਾਂਦੀਆਂ ਦੁਕਾਨਾਂ ਤੇ ਏਡੇ ਵੱਡੇ ਮੁਨਾਫੇ ਨੇ, ਇਹ ਕੌਣ ਦਵਾਉਂਦਾ? ਇਹ ਕਿਹਨੇ ਦਵਾਤੇ? ਅਡਾਨੀ ਜਿਹੜਾ ਸੀ ਬਹੁਤ ਗਰੀਬ ਹੁੰਦਾ ਸੀ, ਉਹ ਹੁਣ ਐਡਾ ਅਮੀਰ ਕਿਉਂ ਬਣ ਗਿਆ? ਯਾਨੀ ਇਹ ਸਵਾਲ ਤੁਹਾਡੇ ਜ਼ਹਿਨ 'ਚ ਉੱਠਦੇ ਨੇ। ਜਿਹੜਾ ਪੜ੍ਹਿਆ ਲਿਖਾ ਕੇਡਰ ਹੈ ਸਾਡਾ, ਉਹਨਾਂ ਦੇ ਸਵਾਲ ਉੱਠਦੇ ਨੇ
ਵੀ ਸਾਡੇ ਰੁਜ਼ਗਾਰ ਕਿੱਧਰ ਚਲੇ ਗਏ। ਸਾਨੂੰ ਰੁਜ਼ਗਾਰ ਲੱਭਣ ਵਾਸਤੇ ਆਈਲੈਟਸ ਕਿਉਂ ਕਰਨੀ ਪੈਂਦੀ ਹੈ, ਸਾਨੂੰ ਬਾਹਰ ਕਿਉਂ ਜਾਣਾ ਪੈਂਦਾ ਹੈ, ਸਾਨੂੰ 2-4 ਕਿਲੇ ਗਹਿਣੇ ਕਿਉਂ ਕਰਨੇ ਪੈਂਦੇ ਨੇ ਜਦੋਂ ਬਾਹਰ ਜਾਂਦਾ ਹੈ, ਮੇਰੇ ਭਾਪੇ ਦੀ ਕਮਾਈ ਕਿੱਧਰ ਗਈ। ਇਹ ਬਹੁਤ ਵੱਡੇ ਸਵਾਲ ਨੇ ਤੇ ਇਹਨਾਂ ਦੇ ਵਿੱਚ ਇਤਿਹਾਸ ਹੈ। ਇਸ ਕਰਕੇ ਭੈਣੋਂ ਤੇ ਭਰਾਵੋ, ਜੰਗ ਜਾਰੀ ਹੈ, ਲੜਾਈ ਜਾਰੀ ਹੈ, ਜਿੱਤਾਂਗੇ ਜ਼ਰੂਰ, ਆਪਾਂ ਕੁਛ ਨਹੀਂ ਹਾਰੇ, ਬਹੁਤ ਕੁਝ ਜਿੱਤ ਲਿਆ, ਰਹਿੰਦਾ ਜਿੱਤ ਲਾਂਗੇ, ਫਿਕਰ ਨਾ ਕਰੋ। ਇਹ ਬਹੁਤ ਲੰਮੀ ਲੜਾਈ ਹੈ, ਸਾਡੇ ਵਰਗਿਆਂ ਦੇ ਤਾਂ ਉਮਰਾਂ ਲੱਗਣਗੀਆਂ। ਜਿਹੜੀ ਨਵੀਂ ਪੀੜ੍ਹੀ ਹੈ, ਨਵੀਂ ਪੀੜ੍ਹੀ ਵਾਸਤੇ ਕੁਝ ਕਰਾਂਗੇ। ਸਾਡੇ ਵਡੇਰਿਆਂ ਨੇ ਵੀ ਲਾਈਆਂ ਨੇ ਉਮਰਾਂ, ਇਹ ਨਹੀਂ ਵੀ ਇਕੱਲੇ ਅਸੀਂ ਕੋਈ ਸਾਨ ਨਹੀਂ ਕਰ ਰਹੇ ਪੀੜ੍ਹੀ ਦੇ ਉੱਤੇ, ਸਾਡੇ ਵਡੇਰੇ ਲਾ ਕੇ ਪਹਿਲਾਂ ਇਹ ਉਮਰਾਂ, ਐਸੇ ਦੀ ਬਾਬੇ ਨਾਨਕ ਦੀ ਲਾਤੀ, ਐਸੇ ਦੀ ਭਗਤ ਸਿੰਘ ਦੀ ਲਾਤੀ, ਐਸੇ ਦੀ ਗੁਰੂ ਗੋਬਿੰਦ ਸਿੰਘ ਦੀ ਲਾਤੀ, ਸਾਰੇ ਪਰਿਵਾਰ ਨੇ ਲਾਤੀ, ਐਸੇ ਉਹਨਾਂ ਨੇ ਲਾਈਆਂ ਨੇ, ਤੇ ਸਾਡੀਆਂ ਵੀ ਐਂ ਲੱਗਣਗੀਆਂ। ਪਤਾ ਨਹੀਂ ਆਉਣ ਵਾਲੀ ਪੀੜ੍ਹੀ ਨੂੰ ਇਸ ਅੰਦੋਲਨ ਦਾ ਸੁੱਖ ਮਿਲਣਾ, ਆਉਣ ਵਾਲੀ ਪੀੜ੍ਹੀ ਨੇ ਕੋਈ ਆਨੰਦ ਮਾਣਨਾ। ਉਹਨਾਂ ਦੀ ਆਪਦੀ ਦਿਸ਼ਾ, ਉਹ ਆਪਦੀ ਦਿਸ਼ਾ ਦੇਖ ਲੈਣ, ਉਹਨਾਂ ਨੇ ਆਪਦੀ ਲੜਾਈ ਲੜਨੀ ਹੈ। ਉਹ ਇਹ ਅੰਦੋਲਨ ਤੋਂ ਕੀ ਸਿੱਖਦੇ ਨੇ, ਸਾਡੇ ਨਾਲ ਚੰਗਾ ਲੜਦੇ ਨੇ ਕਿ ਮੰਦਾ ਲੜਦੇ ਨੇ, ਇਹ ਉਹਨਾਂ ਨੇ ਦੇਖਣਾ ਹੈ। ਇਤਿਹਾਸ ਦੇ ਪੰਨਿਆਂ ਤੋਂ ਸਿੱਖਣਾ, ਅੰਦੋਲਨ ਉਹਨਾਂ ਨੇ ਚੱਲਣਾ, ਜਿੱਤ ਕੇ ਤਾਂ ਜਾਵਾਂਗੇ, ਇਸ ਗੱਲ ਦਾ ਪੂਰਾ ਭਰੋਸਾ ਹੈ। ਤੁਹਾਡੇ ਤੋਂ ਆਸ ਕਰਦੇ ਹਾਂ ਵੀ ਤੁਸੀਂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ, ਹਰ ਹਾਲ ਜਿੱਤਾਂਗੇ। 27 ਤਰੀਕ ਨੂੰ ਵੱਡਾ ਇਕੱਠ ਇੱਧਰ ਆਉਣਾ ਹੈ, ਉਧਰੋਂ ਤੁਰਨਾ, 26 ਨੂੰ ਤੁਰਨਾ, 27 ਨੂੰ ਇੱਥੇ ਆਉਣਾ, ਵੱਡਾ ਇਕੱਠ ਹੋਣਾ। ਤੇ ਅਸੀਂ 8 ਤਰੀਕ ਨੂੰ ਔਰਤਾਂ ਦਾ ਕੱਲੀਆਂ ਦਾ ਵੱਡਾ ਇਕੱਠ ਕਰਨ ਜਾ ਰਹੇ ਹਾਂ। ਇੱਥੇ ਜੇ ਤੰਬੂ ਲੱਗਣ ਦੀ ਕਿਤੇ ਜਗ੍ਹਾ ਹੋਰ ਬਣਦਾ, ਜਿਵੇਂ ਆਹ ਥਾਂ ਹੈਗੀ ਆ ਵਿਹਲੀ, ਇੱਧਰ ਜੇ ਕੋਈ ਟਰਾਲੀਆਂ ਟੂਲੀਆਂ ਵਾਲੇ ਭੈਣ ਭਰਾਵਾਂ ਨੂੰ ਦਿੱਕਤ ਆਉਂਦੀ ਹੈ, ਉਹਨਾਂ ਨੂੰ ਬੇਨਤੀਆਂ ਕਰਕੇ ਥਾਂ ਤੋਂ ਬਣਾਓ। ਥੋੜਾ ਜਿਹਾ ਹੋਰ ਥਾਂ ਚਾਹੀਦਾ ਹੈ, ਕਿਉਂਕਿ 27 ਤਰੀਕ ਨੂੰ ਇਸ ਪੰਡਾਲ ਦੇ ਵਿੱਚ ਜਿਹੜੇ ਟੈਂਟ ਲੱਗੇ ਨੇ, ਇਹਨਾਂ ਦੇ ਵਿੱਚ ਬੈਠਿਆ ਨਹੀਂ ਜਾਣਾ ਬੰਦਿਆਂ ਤੋਂ, ਇਕੱਠ ਜ਼ਿਆਦਾ ਹੋਣਾ, ਔਰਤ ਭੈਣਾਂ ਦਾ ਇਕੱਠ ਵੀ ਜ਼ਿਆਦਾ ਹੋਣਾ, ਉਹਦੇ 'ਚ ਨਹੀਂ ਬੈਠਿਆ ਜਾਣਾ। ਇਹ ਪ੍ਰਬੰਧ ਕਰੋ, ਲੜਾਈ ਜਾਰੀ ਹੈ, ਜਿੱਤ ਕੇ ਚੱਲਾਂਗੇ। ਧੰਨਵਾਦ। ਲੋਕ ਏਕਤਾ ਜਿੰਦਾਬਾਦ, ਲੋਕ ਏਕਤਾ ਜਿੰਦਾਬਾਦ, 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 ਲੋਕ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਬਹੁਤ ਬਹੁਤ ਧੰਨਵਾਦ। ਸਾਡੇ ਸੂਬਾ ਪ੍ਰਧਾਨ ਜੀ ਨੇ ਸਾਨੂੰ ਪੂਰੇ ਵਿਸਥਾਰ ਦੇ ਨਾਲ ਗੱਲਬਾਤ ਦੱਸੀ।